ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ। ਮਨ ਲੋਚੇ ਬੁਰਿਆਈਆਂ, ਗੁਰ ਸ਼ਬਦੀ ਏ ਮਨ ਹੋੜੀਐ। ਬਾਹੇ ਜਿਨ੍ਹਾਂ ਦੀ ਪਕੜੀਐ, ਸਿਰ ਦੀਜੈ ਬਾਹੇ ਨ ਛੋੜੀਐ। ਤੇਗ ਬਹਾਦਰ ਬੋਲਿਆ, ਧਰ ਪਈਐ ਧਰਮ ਨ ਛੋੜੀਐ। ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨੇਹ ਔਰ ਭੈ ਨੀ ਜਾਕੈ। ਕੰਚਨ ਮਾਟੀ ਮਾਨੈ, ਨਹਿ ਨਿੰਦਿਆ ਨ ਉਸਤਤ ਜਾਕੈ। ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿ ਨਿਆਰੋ। ਨਾਹਿ ਮਾਨ ਅਪਮਾਨਾ, ਗੁਰ ਕਿਰਪਾ ਜਿਹ ਨਰ ਕਉ ਕੀਨੀ। ਤਿਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ। ਜਿਉ ਪਾਣੀ ਸੰਗ ਪਾਣੀ, ਨਾਨਕ ਲੀਨ ਭਇਓ ਗੋਬਿੰਦ ਸਿਉ। ਜਿਉ ਪਾਣੀ ਸੰਗ ਪਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਨੋ। ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ ਆਪ ਜੀ। ਪਰਸੋਂ ਰੋਜ਼ ਤੋਂ ਲੈ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਚੱਲ ਰਹੀ ਇਲਾਹੀ ਬਾਣੀ, ਰੱਬੀ ਬਾਣੀ ਦੇ ਅਖੰਡ ਜਾਪ, ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਸਰਵਣ ਕਰ ਰਹੇ ਸੀ। ਅੰਮ੍ਰਿਤ ਵੇਲੇ ਭੋਗ ਪਾਏ ਗਏ ਉਪਰੰਤ ਰਸ ਭਿੰਨਾ ਆਸਾ ਜੀ ਕੀ ਵਾਰ ਕਾ ਸ਼ਬਦ ਕੀਰਤਨ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ। ਆਓ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਵਿੱਤਰ ਜੀਵਨ ਵਿੱਚੋਂ ਕੁਝ ਮੋਤੀ, ਕੁਝ ਵਿਚਾਰਾਂ ਆਪਾਂ ਸਾਂਝੀਆਂ ਕਰੀਏ। ਉਸ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ, ਜਿਨ੍ਹਾਂ ਨੇ ਭਾਰਤ ਵਰਸ਼ ਦੇ ਵਿੱਚ ਗਰੀਬਾਂ ਤੇ ਭਾਰਤ ਦੇ ਖਾਸ ਕਰਕੇ ਹਿੰਦੂ ਲੋਕਾਂ ਤੇ ਬ੍ਰਾਹਮਣਾਂ ਤੇ ਜ਼ੁਲਮ ਹੁੰਦਾ ਜਦ ਵੇਖਿਆ, ਤਾਂ ਉਸ ਵੇਲੇ ਉਹ ਜ਼ੁਲਮ ਨੂੰ ਠੱਲ ਪਾਉਣ ਦੇ ਵਾਸਤੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪ ਜਾ ਕੇ ਔਰੰਗੇ ਨੂੰ ਰੋਕਣਾ ਕੀਤਾ। ਸਾਰਾ ਘਟਨਾਕ੍ਰਮ ਇਸ ਤਰ੍ਹਾਂ ਹੈ ਕਿ ਜਿਸ ਵੇਲੇ ਸੈਂਟਰ ਦੀ ਸਰਕਾਰ ਔਰੰਗਜ਼ੇਬ ਨੇ ਗੁਰੂ ਪਿਆਰਿਓ ਇਹ ਤਹਈਆ ਕਰ ਲਿਆ ਕਿ ਮੈਂ ਸਾਰੇ ਹਿੰਦੁਸਤਾਨ ਦੇ ਲੋਕਾਂ ਨੂੰ ਵੀ ਮੁਸਲਮਾਨ ਬਣਾ ਦੇਣਾ, ਔਰ ਜਦੋਂ ਕਿਤੇ ਉਸਨੇ ਹਿੰਦੁਸਤਾਨ ਦੇ ਲੋਕਾਂ ਵਿੱਚ ਕੋਈ ਚੜ੍ਹਦੀ ਕਲਾ ਦਾ ਮਨੁੱਖ
ਕੋਈ ਵੇਦਾਂ ਦਾ ਗਿਆਤਾ, ਕੋਈ ਹੋਰ ਗਿਆਨਵਾਨ ਮਨੁੱਖ ਦੇਖਣਾ ਤੇ ਉਹਨੇ ਕੋਸ਼ਿਸ਼ ਕਰਨੀ ਕਿ ਇਸ ਨੂੰ ਮੁਸਲਮਾਨ ਬਣਾ ਲਓ ਤਾਂ ਕਿ ਸਾਡੀ ਮੁਸਲਮਾਨ ਮੱਤ ਵਿੱਚ ਇਹ ਗਿਣਿਆ ਜਾਵੇ। ਤਾਂ ਇਸ ਨੇ ਗੁਰੂ ਪਿਆਰਿਓ ਸ਼ੁਰੂਆਤ ਕੀਤੀ ਖਾਸ ਕਰਕੇ ਕਸ਼ਮੀਰ ਵੱਲੋਂ। ਕਸ਼ਮੀਰ ਦੇ ਵਿੱਚ ਬਹੁਤ ਸਾਰੇ ਵੇਦਾਂ ਦੇ ਬਖਤੇ ਬ੍ਰਾਹਮਣ ਰਹਿੰਦੇ ਸਨ। ਇਹਦਾ ਮਕਸਦ ਸੀ ਕਿ ਜੇਕਰ ਇਹਨਾਂ ਨੂੰ ਮੁਸਲਮਾਨ ਬਣਾ ਲਿਆ ਜਾਵੇ, ਜਿਹੜੇ ਹਿੰਦੂਆਂ ਦੇ ਮੁਖੀ ਆ ਵੇਦਾਂਤੀ ਹਨ, ਤਾਂ ਬਾਕੀ ਪਰਜਾ ਤਾਂ ਆਪ ਹੀ ਬਣ ਜਾਵੇਗੀ। ਜਿਸ ਤਰ੍ਹਾਂ ਔਰੰਗਜ਼ੇਬ ਨੇ ਇਹਨਾਂ ਹਿੰਦੂਆਂ ਦੇ ਤੀਰਥਾਂ ਦੇ ਉੱਤੇ ਟੈਕਸ ਲਾ ਦਿੱਤਾ, ਜਜੀਆ ਜਿਹਨੂੰ ਕਹਿੰਦੇ ਸੀ, ਜਜੀਆ ਲਾ ਦਿੱਤਾ। ਔਰ ਇਸ ਨੇ ਕੋਸ਼ਿਸ਼ ਕੀਤੀ ਕਿ ਇਹਨਾਂ ਦੇ ਤੀਰਥਾਂ ਨੂੰ ਖਤਮ ਕਰਕੇ ਮੁਸਲਮਾਨੀ ਮੱਤ ਨੂੰ ਜਿਹੜਾ ਹੈ ਪ੍ਰਗਟ ਕੀਤਾ ਜਾਵੇ, ਮਸੀਤਾਂ ਬਣਾਈਆਂ ਜਾਣ। ਔਰ ਗੁਰੂ ਪਿਆਰਿਓ ਇਹਨੇ ਕੀਤਾ ਵੀ, ਬਹੁਤ ਕੁਝ ਕੀਤਾ। ਬਹੁਤ ਸਾਰੇ ਧਾਰਮਿਕ ਸਥਾਨਾਂ ਤੇ ਹਿੰਦੂਆਂ ਦੇ ਇਸ ਨੇ ਉਹਨਾਂ ਨੂੰ ਢਾਉਣੇ ਸ਼ੁਰੂ ਕੀਤਾ, ਉਹਨਾਂ ਦੀ ਥਾਂ ਤੇ ਮਸੀਤਾਂ ਬਣਾਉਣੀਆਂ ਸ਼ੁਰੂ ਕੀਤੀਆਂ। ਠਾਕੁਰ ਦੁਆਰੇ ਢਾਏ ਕੈ ਤੇ ਠੌੜੀ ਮਸੀਤ ਉਸਾਰਾ, ਭਾਈ ਗੁਰਦਾਸ ਜੀ ਲਿਖਦੇ ਆਪਣੀਆਂ ਵਾਰਾਂ ਦੇ ਵਿੱਚ। ਮੰਦਰ ਢਾਹ ਕੇ ਮਸੀਤਾਂ ਬਣਾਉਣੀਆਂ ਸ਼ੁਰੂ ਕੀਤੀਆਂ ਤੇ ਕਸ਼ਮੀਰ ਦੇ ਸੂਬੇਦਾਰ ਨੂੰ ਹੁਕਮ ਦਿੱਤਾ ਕਿ ਜਿਹੜੇ ਇਸ ਇਲਾਕੇ ਦੇ ਵਿੱਚ ਵੇਦਾਂਤੀ ਬ੍ਰਾਹਮਣ ਹਨ, ਇਹਨਾਂ ਨੂੰ ਮੁਸਲਮਾਨ ਬਣਾਉਣਾ ਸ਼ੁਰੂ ਕਰੋ। ਔਰ ਉਹਨਾਂ ਨੇ ਪਿੰਡਾਂ ਦੇ ਪਿੰਡ ਜਿਹੜੇ ਸਨ ਧੱਕੇ ਦੇ ਨਾਲ ਮੁਸਲਮਾਨ ਬਣਾਉਣੇ ਸ਼ੁਰੂ ਕੀਤੇ। ਕਹਾਵਤ ਹੈ ਕਿ ਔਰੰਗਜ਼ੇਬ 1.25 ਮਣ ਪੱਕੇ ਜਨੇਊ ਲਾ ਕੇ ਰੋਟੀ ਖਾਂਦਾ ਸੀ। ਮਤਲਬ ਸਾਰੇ ਸੂਬਿਆਂ ਵਿੱਚ ਸ਼ਾਮ ਤੱਕ ਇਹ ਖਬਰ ਪਹੁੰਚ ਜਾਂਦੀ ਵੀ ਅਸੀਂ ਇੰਨੇ ਲੋਕਾਂ ਨੂੰ ਅੱਜ ਮੁਸਲਮਾਨ ਬਣਾ ਦਿੱਤਾ ਹੈ, ਜਿਹੜੇ ਨਹੀਂ ਬਣਦੇ ਉਹਨਾਂ ਨੂੰ ਮਾਰ ਦਿਓ। ਇਹ ਵੀ ਉਹਦਾ ਹੁਕਮ ਸੀ, ਉਹਨਾਂ ਨੂੰ ਮਾਰ ਦਿੱਤਾ ਜਾਂਦਾ। ਤੇ ਮਨੁੱਖਾਂ ਦੀ ਗਿਣਤੀ ਕਰਨ ਦੀ ਬਜਾਏ ਫਿਰ ਜਨੇਊਆਂ ਨੂੰ ਤੋਲਿਆ ਜਾਂਦਾ। ਹੁਣ 1.25 ਮਣ ਪੱਕੀ ਰੂੰ ਜਿਹੜੀ ਹੈ ਜਨੇਊ ਦੀ, ਧਾਗੇ ਦੀ, ਕਿੰਨੀ ਗਿਣਤੀ ਹੋ ਜਾਵੇਗੀ? ਲੱਖਾਂ ਹੀ ਜਨੇਊ ਬਣ ਜਾਣਗੇ ਮਣ ਪੱਕੀ ਰੂੰ ਦੇ। ਤਾਂ ਲੱਖਾਂ ਦੀ ਗਿਣਤੀ ਵਿੱਚ ਹਿੰਦੁਸਤਾਨ ਦੇ ਲੋਕਾਂ ਨੂੰ ਮੁਸਲਮਾਨ ਬਣਾਇਆ ਜਾਣ ਲੱਗਿਆ। ਅਖੀਰ ਜਦੋਂ ਹਿੰਦੁਸਤਾਨ ਦੇ ਲੋਕਾਂ ਨੇ ਦੇਖਿਆ ਕਿ ਸਾਡਾ ਹੁਣ ਕੋਈ ਆਸਰਾ ਨਹੀਂ, ਬਥੇਰੀਆਂ ਇਹਨਾਂ ਨੇ ਸ਼ਿਵ ਜੀ ਦੇ, ਦੇਵੀ ਦੇ ਮੰਦਰਾਂ ਵਿੱਚ ਜਾ ਕੇ ਟੱਲੀਆਂ ਖੜਕਾਈਆਂ, ਬੇਨਤੀਆਂ ਜੋਦੜੀਆਂ ਕੀਤੀਆਂ, ਪਰ ਕਿਸੇ ਨੇ ਬਾਂਹ ਨਾ ਫੜੀ। ਅਖੀਰ ਇਹਨਾਂ ਨੇ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਸਥਾਨ ਤੇ, ਭਾਵ ਉਹਨਾਂ ਦੇ ਸਥਾਨ ਤੇ ਬੈਠੇ 9ਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਲਈ ਔਰ ਆ ਕੇ ਰੋਣ ਲੱਗੇ, ਮਿੰਨਤਾਂ ਕਰਨ ਲੱਗੇ, ਬੇਨਤੀਆਂ ਕਰਨ ਲੱਗੇ, ਮਹਾਰਾਜ ਸਾਡਾ ਧਰਮ ਜਾਵੇਗਾ, ਜੇ ਤੁਸੀਂ ਬਚਾ ਸਕਦੇ ਹੋ ਤਾਂ ਬਚਾਓ। ਸਾਨੂੰ ਇਹੋ ਹੀ ਆਕਾਸ਼ ਬਾਣੀ ਹੋਈ ਹੈ ਕਿ ਗੁਰੂ ਨਾਨਕ ਦੀ ਗੱਦੀ ਹੀ ਇਸ ਧਰਮ ਨੂੰ ਬਚਾ ਸਕਦੀ ਹੈ। ਹੁਣ ਜਿਵੇਂ ਸਾਖੀ ਹੈ ਕਿ ਜਦੋਂ ਇਹ ਰੋਣ ਲੱਗੇ, ਉਸ ਵੇਲੇ 10ਵੇਂ ਪਾਤਸ਼ਾਹ ਜੀ ਵੀ 9 ਸਾਲ ਦੀ ਉਮਰ ਦੇ ਵਿੱਚ ਇਹਨਾਂ ਦੇ ਕੋਲ ਆ ਗਏ। ਇਹਨਾਂ ਨੂੰ ਰੋਂਦੇ ਹੋਏ ਦੇਖ ਕੇ ਪੁੱਛਿਆ, ਪਿਤਾ ਜੀ ਇਹ
ਧੋਤੀਆਂ ਬੋਦੀਆਂ ਵਾਲੇ ਲੋਕ ਕੌਣ ਹਨ? ਪਾਤਸ਼ਾਹ ਕਹਿਣ ਲੱਗੇ, ਇਹ ਬ੍ਰਾਹਮਣ ਹਨ ਕਸ਼ਮੀਰ ਦੇ, ਇਹ ਕਿਉਂ ਰੋ ਰਹੇ ਨੇ? ਤਾਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਕਹਿਣ ਲੱਗੇ, ਪੁੱਤਰ ਇਹਨਾਂ ਦੇ ਧਰਮ ਨੂੰ ਖਤਰਾ ਹੈ, ਕਿਉਂਕਿ ਇਸ ਵੇਲੇ ਜਿਹੜੀ ਸਰਕਾਰ ਹੈ ਉਹ ਇਹਨਾਂ ਦੇ ਧਰਮ ਨੂੰ ਖਤਮ ਕਰਨ ਤੇ ਤੁਲੀ ਹੋਈ ਆ, ਔਰ ਕਸ਼ਮੀਰ ਦੇ ਇਲਾਕੇ ਵਿੱਚ, ਜੰਮੂ ਦੇ ਇਲਾਕੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਧਰਮ ਬਦਲ ਕੇ ਮੁਸਲਮਾਨ ਬਣਾਇਆ ਜਾ ਰਿਹਾ ਹੈ, ਔਰ ਇਸ ਕਰਕੇ ਆਏ ਹੈ ਕਿ ਸਾਡਾ ਧਰਮ ਬਚਾਓ। ਤੇ ਫਿਰ ਦਇਆ ਦੇ ਘਰ ਸਤਿਗੁਰੂ ਗੋਬਿੰਦ ਰਾਏ ਜੀ ਜੋ 9 ਸਾਲ ਦੀ ਉਮਰ ਵਿੱਚ ਹਨ, ਕਹਿਣ ਲੱਗੇ, ਪਿਤਾ ਜੀ ਫਿਰ ਕੀ ਕੀਤਾ ਜਾ ਸਕਦਾ? ਤਾਂ ਗੁਰੂ ਤੇਗ ਬਹਾਦਰ ਜੀ ਕਹਿਣ ਲੱਗੇ, ਪੁੱਤਰ ਕੋਈ ਯੋਧਾ, ਬਲੀ, ਤਪਸਵੀ, ਪਰਮੇਸ਼ਰ ਨਾਲ ਜੁੜਿਆ ਹੋਇਆ ਇੱਕਮਿਕ, ਉਹ ਜਾ ਕੇ ਔਰੰਗਜ਼ੇਬ ਨੂੰ ਵਰਜ ਸਕਦਾ ਹੈ, ਰੋਕ ਸਕਦਾ ਹੈ। ਤਾਂ ਉਸ ਵੇਲੇ ਫਿਰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਦਾ ਉਸ ਵੇਲੇ ਦਾ ਨਾਮ ਗੋਬਿੰਦ ਰਾਏ ਹੈ, ਬਾਲਾ ਪ੍ਰੀਤਮ ਹੈ, 9 ਸਾਲ ਦੀ ਉਮਰ ਵਿੱਚ ਕਹਿਣ ਲੱਗੇ, ਪਿਤਾ ਜੀ ਫਿਰ ਤੁਹਾਡੇ ਤੋਂ ਬਲੀ, ਤੁਹਾਡੇ ਤੋਂ ਯੋਧਾ ਤੇ ਤੁਹਾਡੇ ਤੋਂ ਵੱਡਾ ਤਪਸਵੀ ਹੋਰ ਕਿਹੜਾ ਹੋ ਸਕਦਾ ਹੈ? ਤੁਸੀਂ ਹੀ ਕੰਮ ਕਰੋ। ਤਾਂ ਗੁਰੂ ਤੇਗ ਬਹਾਦਰ ਜੀ ਨੇ ਸੋਚਿਆ ਕਿ ਹੁਣ ਮੇਰਾ ਪੁੱਤਰ ਜਿਹੜਾ ਹੈ ਪੰਥ ਦੀ ਬਾਗਡੋਰ ਸੰਭਾਲਣ ਦੇ ਕਾਬਲ ਹੈ, ਔਰ ਪੁੱਤਰ ਦੇ ਮੁਖ ਚੋਂ ਨਿਕਲਿਆ ਬਚਨ ਪਰਮੇਸ਼ਰ ਦਾ ਹੀ ਬਚਨ ਜਾਣ ਕੇ ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਕਸ਼ਮੀਰੀ ਪੰਡਤਾਂ ਨੂੰ ਇਹ ਕਹਿ ਦਿੱਤਾ ਕਿ ਜਾਓ ਆਪਣੇ ਸੂਬੇਦਾਰ ਨੂੰ ਕਹਿ ਦਿਓ ਔਰੰਗਜ਼ੇਬ ਤੱਕ ਖਬਰ ਪਹੁੰਚਾ ਦੇਵੇ ਕਿ ਸਾਡਾ ਗੁਰੂ ਤੇਗ ਬਹਾਦਰ ਹੈ, ਜੇ ਉਹ ਮੁਸਲਮਾਨ ਬਣ ਜਾਣਗੇ ਤੇ ਫਿਰ ਅਸੀਂ ਆਪੇ ਹੀ ਬਣ ਜਾਵਾਂਗੇ, ਤੇ ਫਿਰ ਉਹ ਸਾਨੂੰ ਸੱਦਣਗੇ, ਫਿਰ ਗੱਲ ਕਰਾਂਗੇ। ਇਹਨਾਂ ਨੇ ਜਾ ਕੇ ਆਪਣੇ ਕਸ਼ਮੀਰ ਦੇ ਸੂਬੇਦਾਰ ਨੂੰ ਕਹਿ ਦਿੱਤਾ ਕਿ ਸਾਡਾ ਗੁਰੂ ਤੇਗ ਬਹਾਦਰ ਹੈ, ਜੇ ਉਹ ਮੁਸਲਮਾਨ ਬਣ ਜਾਣਗੇ ਤੇ ਅਸੀਂ ਬਣ ਜਾਵਾਂਗੇ। ਸੂਬੇਦਾਰ ਨੇ ਗੱਲ ਦਿੱਲੀ ਭੇਜ ਦਿੱਤੀ। ਔਰੰਗਜ਼ੇਬ ਨੇ ਖਬਰ ਸੁਣੀ, ਬੜਾ ਖੁਸ਼ ਹੋਇਆ ਵੀ ਇੱਕ ਮਨੁੱਖ ਨੂੰ ਤਾਂ ਮੁਸਲਮਾਨ ਬਣਾਉਣਾ ਬੜਾ ਹੀ ਸੌਖਾ ਹੈ, ਤੇ ਉਸ ਨੇ ਉਸੇ ਵੇਲੇ ਹੀ ਆਪਣੇ ਸਿਪਾਹੀ ਭੇਜ ਦਿੱਤੇ ਸ੍ਰੀ ਅਨੰਦਪੁਰ ਸਾਹਿਬ ਨੂੰ, ਔਰ ਉਹਨਾਂ ਨੇ ਆ ਕੇ ਦੱਸਿਆ ਕਿ ਆਪ ਜੀ ਨੂੰ ਦਿੱਲੀ ਸੱਦਿਆ ਹੈ। ਸਤਿਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਦਾ ਸਤਿਕਾਰ ਕੀਤਾ, ਪਿਆਰ ਦਿੱਤਾ, ਔਰ ਉਹਨਾਂ ਨੂੰ ਕਿਹਾ ਤੁਸੀਂ ਚੱਲੋ, ਅਸੀਂ ਤੁਹਾਡੇ ਮਗਰ ਹੀ ਆਉਂਦੇ ਹਾਂ। ਔਰ ਉਹ ਸਿਪਾਹੀ ਮੁੜ ਗਏ ਸੁਨੇਹਾ ਦੇ ਕੇ। ਇੱਧਰੋਂ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਆਪਣੇ ਸਾਰੇ ਪਰਿਵਾਰ ਨੂੰ, ਸਿੱਖ ਸੰਗਤਾਂ ਨੂੰ ਸਮਝਾ ਕਰਕੇ ਚਾਲੇ ਪਾਉਂਦੇ ਹਨ, ਔਰ ਜਾਂਦੇ ਕਹਿ ਗਏ ਕਿ ਜੇ ਅਸੀਂ ਨਾ ਆਏ ਤੇ ਗੁਰਤਾ ਗੱਦੀ ਦੀ ਬਾਗਡੋਰ ਗੋਬਿੰਦ ਰਾਏ ਨੂੰ ਦੇ ਦੇਣੀ ਹੈ। ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਹੌਲੀ ਹੌਲੀ ਜਾ ਰਹੇ ਸਨ। ਯਾਤਰਾ ਦੇ ਦੌਰਾਨ ਸੰਗਤਾਂ ਨੂੰ ਤਾਰਦੇ ਹੋਏ ਅਨੇਕਾਂ ਥਾਵਾਂ ਤੇ ਪੜਾਅ ਕਰਦੇ, ਸੰਗਤਾਂ ਦਾ ਮਾਰਗ ਦਰਸ਼ਨ ਕਰਦੇ, ਪਰਮੇਸ਼ਰ ਨਾਲ ਜੋੜਦੇ ਹੋਏ ਹੁਣ ਇਹਨਾਂ ਨੇ ਗ੍ਰਿਫਤਾਰ ਹੋਣਾ ਹੈ, ਔਰ ਗ੍ਰਿਫਤਾਰ ਹੋਣ ਦੀ ਇੱਕ ਜੁਗਤ ਬਣਾਉਂਦੇ ਆ। ਇਹ ਗੁਰਦੁਆਰਾ ਸਾਹਿਬ ਗੁਰੂ ਕਾ ਤਾਲ ਆਗਰਾ, ਜਿੱਥੇ ਗੁਰਦੁਆਰਾ ਸਾਹਿਬ ਆ, ਹੁਣ ਤਾਲ ਦਾ ਮਤਲਬ ਸਰੋਵਰ ਹੁੰਦਾ ਹੈ। ਉਸ ਵੇਲੇ ਕੋਈ ਉਹ ਵੱਡਾ ਟੋਭਾ ਸੀ, ਤਲਾਅ ਸੀ, ਜਿਸ ਦੇ ਕਿਨਾਰੇ ਦਰਖਤਾਂ ਹੇਠਾਂ ਜਾ ਕੇ ਰੁਕ ਗਏ। ਨਾਲ 5 ਸਿੱਖ ਹਨ ਸਤਿਗੁਰਾਂ ਦੇ, ਉਹਨਾਂ 5 ਸਿੱਖਾਂ ਨੇ ਨਾਲ ਜਾਣਾ ਕੀਤਾ, ਔਰ ਬਾਕੀ ਸੰਗਤ ਨੂੰ ਧੀਰਜ ਦੇ ਕੇ ਅਨੰਦਪੁਰ ਸਾਹਿਬ ਛੱਡ ਗਏ। ਤਾਂ
ਉੱਥੇ ਇੱਕ ਬੱਕਰੀਆਂ ਚਾਰਨ ਵਾਲਾ ਬੱਕਰੀਆਂ ਚਾਰਦਾ ਹੋਇਆ ਵਿਚਰ ਰਿਹਾ ਤੇ ਸਤਿਗੁਰਾਂ ਨੇ ਉਸ ਨੂੰ ਆਪਣੇ ਕੋਲ ਬੁਲਾਇਆ। ਕਹਿੰਦੇ ਭਾਈ ਗੱਲ ਸੁਣ, ਸਾਨੂੰ ਭੁੱਖ ਲੱਗੀ ਹੈ, ਕੁਝ ਬਾਜ਼ਾਰ ਚੋਂ ਖਾਣ ਨੂੰ ਲਿਆ ਕੇ ਦੇ। ਇੱਧਰ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਪਹੁੰਚਣ ਤੇ ਕਾਫੀ ਸਮਾਂ ਲੱਗ ਗਿਆ ਤੇ ਔਰੰਗਜ਼ੇਬ ਦਾ ਖਿਆਲ ਬਣਿਆ ਕਿ ਸ਼ਾਇਦ ਉਹ ਕਿਧਰੇ ਛੁਪ ਗਏ ਹਨ। ਅਨੰਦਪੁਰ ਸਾਹਿਬ ਦੁਬਾਰਾ ਸਿਪਾਹੀ ਭੇਜੇ, ਕਹਿੰਦੇ ਵੀ ਉਹ ਤਾਂ ਇੱਥੋਂ ਚਲੇ ਗਏ, ਉੱਥੇ ਪਹੁੰਚੇ ਨਹੀਂ, ਰਸਤੇ ਵਿੱਚ ਹਨ। ਉਹਨਾਂ ਨੇ ਸੋਚਿਆ ਕਿ ਸ਼ਾਇਦ ਮੌਤ ਤੋਂ ਡਰਦੇ ਕਿਤੇ ਛੁਪ ਗਏ ਹਨ, ਤਾਂ ਉਸ ਨੇ ਇੱਕ ਇਨਾਮ ਰੱਖ ਦਿੱਤਾ ਵੀ ਜਿਹੜਾ ਸਾਨੂੰ ਸਿੱਖਾਂ ਦੇ ਗੁਰੂ ਤੇਗ ਬਹਾਦਰ ਦੀ ਦੱਸ ਪਾਵੇਗਾ ਉਹਨੂੰ ਇਤਨਾ ਇਨਾਮ ਦੇਵਾਂਗੇ। ਕਈ ਵਾਰੀ ਬੰਦੇ ਨੂੰ ਪਤਾ ਨਹੀਂ ਹੁੰਦਾ ਵੀ ਇਹ ਹੈ ਕੌਣ, ਤੇ ਇਸੇ ਤਰ੍ਹਾਂ ਹੀ ਬੱਕਰੀਆਂ ਵਾਲੇ ਨੇ ਵੀ ਕਿਤੇ ਸੁਣ ਲਿਆ ਹੋਣਾ ਤੇ ਉਹਨੇ ਸੋਚਿਆ ਵੀ ਇਹ ਕੌਣ ਹੈ ਜੀ, ਕਿਤੇ ਮੈਨੂੰ ਮਿਲ ਜਾਵੇ, ਮੈਂ ਦੱਸ ਪਾ ਦੇਵਾਂ, ਦੱਸ ਦੇਵਾਂ ਤੇ ਮੈਨੂੰ ਨਾ ਮਿਲ ਜਾਵੇ ਤੇ ਮੈਂ ਲੜਕੀਆਂ ਵਿਆਹ ਲਵਾਂਗਾ। ਕਹੋ ਸਤਨਾਮ ਸੀ, ਉਹਦੇ ਦਿਮਾਗ 'ਚ ਫੁਰਨਾ ਹੀ ਆਇਆ। ਤੇ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪ੍ਰਥਾਏ ਜਿਸ ਨੇ ਵੀ ਜਿਵੇਂ ਵੀ ਅਰਦਾਸ ਕੀਤੀ ਹੈ, ਚਾਹੇ ਗੁਪਤ ਚਾਹੇ ਉੱਚੀ, ਉਹ ਸਤਿਗੁਰਾਂ ਨੇ ਉਹਦੀ ਉਹ ਇੱਛਾ ਪੂਰੀ ਕੀਤੀ ਆ। ਤਾਂ ਹੁਣ ਇਹਦੀ ਇੱਛਾ ਸੀ ਕਿਤੇ ਮੈਨੂੰ ਟੱਕਰ ਜਾਣ, ਪਰ ਇਹਨੂੰ ਨਹੀਂ ਪਤਾ ਵੀ ਉਹ ਇਹਨਾਂ ਫਕੀਰਾਂ ਦੇ ਵਿੱਚ ਹੀ ਹੈ, ਇਹਨਾਂ ਸਾਧੂਆਂ ਵਿੱਚ ਹੀ ਹੈ, ਕਿਉਂਕਿ ਸਤਿਗੁਰਾਂ ਨੇ ਐਸਾ ਰੂਪ ਧਾਰਿਆ ਹੋਇਆ ਹੈ। ਤੇ ਪਾਤਸ਼ਾਹ ਨੇ ਸਦਕੇ ਬੱਕਰੀਆਂ ਵੱਲ ਨੂੰ ਕਿਹਾ ਵੀ ਆ ਸਾਡੇ ਕੋਲੋਂ ਪੈਸੇ ਲੈ ਜਾ ਤੇ ਜਾ ਕੇ ਕੁਝ ਖਾਣ ਨੂੰ ਲਿਆ ਕੇ ਦੇ। ਪੈਸੇ ਨਹੀਂ ਸੀ। ਸਤਿਗੁਰਾਂ ਦੇ ਹੱਥ ਵਿੱਚ ਇੱਕ ਬੜੀ ਕੀਮਤੀ ਮੁੰਦਰੀ ਪਾਈ ਹੋਈ ਸੀ, ਛਾਪ ਹੀਰੇ ਵਾਲੀ ਜੜੀ ਹੋਈ, ਉਹ ਛਾਪ ਲਾ ਕੇ ਦੇ ਦਿੱਤੀ ਤੇ ਇੱਕ ਆਪਣੇ ਉੱਪਰੋਂ ਦਿਸ਼ਾਲਾ ਲਾ ਕੇ ਦੇਤਾ। ਜਿਵੇਂ ਆਪਾਂ ਬੜੀ ਕੀਮਤੀ ਲੋਈ ਲੈਂਦੇ ਆ, ਦਿਸ਼ਾਲੇ ਬੜੇ ਕੀਮਤੀ ਹੁੰਦੇ ਆ। ਕਹਿੰਦੇ ਜਾ ਇਹਦੇ ਵਿੱਚ ਕੋਈ ਮਠਿਆਈ ਵਗੈਰਾ ਲੈ ਕੇ ਆ, ਖਾਈਏ। ਜਦ ਲੈਣ ਵਾਸਤੇ ਉਹ ਗਿਆ ਦੁਕਾਨ ਤੇ, ਬਾਣੀਏ ਨੇ, ਦੁਕਾਨਦਾਰ ਨੇ ਦੇਖਿਆ ਵੀ ਐਡੀ ਕੀਮਤੀ ਮੁੰਦਰੀ ਤੇ ਕੀਮਤੀ ਦੁਸ਼ਾਲਾ ਤੇ ਬੰਦੇ ਦੇ ਆਪ ਦੇ ਕੱਪੜੇ ਕੁਝ ਪੁਰਾਣੇ ਫਟੇ ਜਿਹੇ, ਜਿਵੇਂ ਕੋਈ ਮਜ਼ਦੂਰ ਹੁੰਦਾ। ਉਹਨੇ ਸੋਚਿਆ ਵੀ ਹੋਵੇ ਨਾ ਤਾਂ ਕਿਤੇ ਮੁੰਦਰੀ ਚੋਰੀ ਨਾ ਕਰਕੇ ਲਿਆਇਆ ਹੋਵੇ ਕਿਸੇ ਦੀ। ਉਹਨੂੰ ਪੁੱਛਦਾ ਕਿ ਤੂੰ ਮੁੰਦਰੀ ਕਿੱਥੋਂ ਲਈ ਆ? ਉਹ ਕਹਿਣ ਲੱਗਿਆ ਵੀ ਤੈਨੂੰ ਕੀ, ਤੂੰ ਇਹ ਮੁੰਦਰੀ ਰੱਖ ਲਾ, 5 ਜਣਿਆਂ ਦਾ ਭੋਜਨ ਦੇ ਦੇ ਮਠਿਆਈ ਦਾ। ਪਰ ਉਸ ਨੇ ਡਰਦੇ ਮਾਰੇ ਥਾਣੇ ਖਬਰ ਕਰਤੀ ਵੀ ਮੇਰੇ ਕੋਲ ਇੱਕ ਮਜ਼ਦੂਰ ਜਾਂ ਗਰੀਬੜਾ ਜਾ, ਉਹਦੇ ਕੋਲ ਇਤਨੀ ਕੀਮਤੀ ਮੁੰਦਰੀ ਹੈ ਹੀਰੇ ਵਾਲੀ ਤੇ ਇੱਕ ਦਿਸ਼ਾਲਾ ਬੜਾ ਕੀਮਤੀ, ਤੇ ਮੈਨੂੰ ਕਹਿੰਦੇ ਇਹ 'ਚ ਮਠਿਆਈ ਪਾ ਦੇ ਤੇ ਬਈ ਚੈੱਕ ਕਰੋ। ਥਾਣਿਓਂ 2 ਬੰਦੇ ਆ ਗਏ, ਪੁੱਛਗਿੱਛ ਕੀਤੀ ਵੀ ਕੌਣ ਹੈ, ਤੂੰ ਕਿੱਥੋਂ ਲੈ ਕੇ ਆਇਆ ਸਮਾਨ ਇਹ? ਉਹ ਕਹਿੰਦਾ ਬਾਹਰ ਸਾਧੂ ਬੈਠੇ ਆ 5-6, ਇਹ ਉਹਨਾਂ ਦਾ ਸਮਾਨ ਹੈ, ਮੈਂ ਤਾਂ ਬੱਕਰੀਆਂ ਚਾਰਨ ਵਾਲਾ, ਮੈਨੂੰ ਕਹਿੰਦੇ ਵੀ ਉੱਥੋਂ ਮਠਿਆਈ ਲਿਆ ਦੇ ਸਾਨੂੰ। ਕਹਿੰਦੇ ਸਾਨੂੰ ਵਿਖਾ, ਸਾਨੂੰ ਕਿੱਥੇ ਆ ਉਹ? ਕਹਿੰਦੇ ਉੱਥੋਂ ਫਿਰ ਨਾਲ ਲਿਆ ਉਸ ਬੱਕਰੀਆਂ ਵਾਲੇ ਨੂੰ। ਉੱਥੇ ਆਏ ਜਿੱਥੇ ਪਾਤਸ਼ਾਹ ਆਗਰੇ ਗੁਰੂ ਕੇ ਤਲਾਅ ਤੇ ਬੈਠੇ ਸੀ। ਮਿਲਾਇਆ ਤੇ ਪੁੱਛਿਆ ਤੁਸੀਂ ਕੌਣ ਹੋ? ਸਿੱਖਾਂ ਦੇ ਬੋਲਣ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਜੀ ਕਹਿੰਦੇ ਮੈਂ ਤੇਗ ਬਹਾਦਰ, ਸਿੱਖਾਂ ਦਾ ਗੁਰੂ। ਅੱਛਾ, ਤੁਹਾਡੇ ਤੇ ਨਾਮ ਰੱਖਿਆ ਹੋਇਆ ਤੁਹਾਡੇ ਤਾਂ? ਕਹਿੰਦੇ ਫਿਰ ਬੱਕਰੀਆਂ ਨੂੰ ਨਾਮ ਦੇ ਦਿਓ। ਕਹੋ ਸਤਨਾਮ ਸੀ, ਇਹਨੇ ਦੱਸ ਪਾਈ ਹੈ ਨਾ ਤੁਹਾਨੂੰ ਮੇਰੀ? ਕਹਿੰਦੇ ਹਾਂ। ਕਹਿੰਦੇ ਫਿਰ ਪਹਿਲਾਂ ਇਹਨੂੰ ਇਨਾਮ ਦਿਓ, ਫਿਰ ਮੈਨੂੰ ਗ੍ਰਿਫਤਾਰ ਕਰ ਲਓ। ਕਹੋ ਸਤਨਾਮ ਸੀ। ਮੱਖਣੀ ਵਾਲਾ ਹੈਰਾਨ ਹੋ ਗਿਆ ਵੀ ਯਾਰ ਹੈ ਇਹ ਗੁਰੂ ਤੇਗ ਬਹਾਦਰ ਸੀ, ਇਹ ਤਾਂ ਸਾਧੂ ਸੀ, ਫਕੀਰ ਸੀ, ਕਿੱਡੀ ਗਲਤੀ ਹੋ ਗਈ, ਲੈਂਦਾ ਨਹੀਂ ਨਾਮ। ਪਰ ਪਾਤਸ਼ਾਹ ਜੀ ਨੇ ਕਹਿੰਦੇ ਉਸ ਨੂੰ ਕਿਹਾ ਤੂੰ ਪੈਸੇ ਲੈ ਜਾ ਤੇ ਲਿਜਾ ਕੇ ਲੜਕੀਆਂ ਵਿਆਹ ਆਪਦੀਆਂ। ਕਹੋ ਸਤਨਾਮ ਸੀ। ਉੱਥੋਂ ਖੈਰ ਗੁਰੂ ਪਾਤਸ਼ਾਹ ਜੀ ਨੂੰ ਉਹ ਆਪਣੇ ਥਾਣੇ ਵਿੱਚ ਲੈ ਗਿਆ ਤੇ ਥਾਣੇ 'ਚ ਲਿਜਾਣ ਤੋਂ ਬਾਅਦ ਉਸਨੇ ਔਰੰਗਜ਼ੇਬ ਨੂੰ ਖਬਰ ਕੀਤੀ ਤੇ ਔਰੰਗਜ਼ੇਬ ਕਹਿੰਦਾ ਕਾਫੀ ਪਹਿਰੇ ਦੇ ਵਿੱਚ, ਘੱਟੋ ਘੱਟ ਦੱਸਦੇ ਆ ਕਿ 10,000 ਫੌਜ ਦਾ ਪਹਿਰਾ, ਜਿਹਦੇ ਵਿੱਚ ਸਤਿਗੁਰੂ ਤੇਗ ਬਹਾਦਰ ਤੇ 5 ਸਿੱਖਾਂ ਨੂੰ ਕਵਰ ਕਰਕੇ ਤੇ ਔਰੰਗਜ਼ੇਬ ਦੇ ਕੋਲ ਪਹੁੰਚਾਇਆ। ਤੇ ਔਰੰਗਜ਼ੇਬ ਨੇ ਫਿਰ ਪੁੱਛਿਆ
ਵੀ ਤੁਸੀਂ ਸਿੱਖਾਂ ਦੇ ਗੁਰੂ ਹੋ, ਹਿੰਦੁਸਤਾਨ ਦੇ ਗੁਰੂ ਹੋ, ਹਿੰਦੂਆਂ ਦੇ ਗੁਰੂ? ਕਹਿੰਦੇ ਹਾਂ। ਕਹਿੰਦੇ ਫਿਰ ਤੁਸੀਂ ਮੁਸਲਮਾਨ ਬਣ ਜਾਓ। ਪਾਤਸ਼ਾਹ ਕਹਿੰਦੇ ਨਾ, ਮੈਂ ਮੁਸਲਮਾਨ ਬਣਨ ਲਈ ਨਹੀਂ ਆਇਆ, ਮੈਂ ਤੈਨੂੰ ਸਮਝਾਉਣ ਵਾਸਤੇ ਆਇਆ ਵੀ ਤੂੰ ਵੀ ਇਹ ਜਿੱਦ ਛੱਡ ਦੇ। ਜਿਹੜਾ ਪਰਮੇਸ਼ਰ ਨੇ ਰੰਗ ਬਰੰਗੀ ਦੁਨੀਆ ਦਾ ਗੁਲਦਸਤਾ ਬਣਾਇਆ ਨੇ, ਸੋਹਣਾ ਲੱਗਦਾ ਹੈ, ਸਭ ਨੂੰ ਆਪੋ ਆਪਣੇ ਧਰਮ 'ਚ ਹੀ ਰਹਿਣ ਦੇ, ਤੂੰ ਆਪਦੇ ਧਰਮ 'ਚ ਰਹਿ। ਔਰੰਗਜ਼ੇਬ ਅੱਜ ਦੀ ਸਰਕਾਰ ਵਾਂਗੂ ਬੜਾ ਜਿੱਦੀ ਸੀ, ਹੱਠੀ ਸੀ। ਕਹਿੰਦਾ ਨਹੀਂ, ਇਹ ਹੋ ਹੀ ਨਹੀਂ ਸਕਦਾ। ਤੇ ਔਰੰਗਜ਼ੇਬ ਨੇ ਹੁਕਮ ਦਿੱਤਾ ਕਿ ਇਹਨਾਂ ਨੂੰ ਉਸ ਹਵੇਲੀ 'ਚ ਕੈਦ ਕਰ ਦਿਓ ਜਿੱਥੇ ਭੂਤਾਂ ਵਾਲੀ ਹਵੇਲੀ ਵੱਜਦੀ ਸੀ। ਇਹ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦੇ ਨਾਲ ਉਹ ਜਗ੍ਹਾ ਸੀ ਵੀ ਸ਼ਾਇਦ ਉਹ ਭੂਤਾਂ ਵਾਲੀ ਹਵੇਲੀ ਵਿੱਚ ਇਹਨਾਂ ਨੂੰ ਕੈਦ ਕਰ ਦੇਵਾਂਗੇ, ਇਹ ਡਰ ਜਾਣਗੇ। ਸਿੱਖਾਂ ਨੂੰ ਵੀ ਉੱਥੇ ਕੈਦ ਕਰਤਾ, ਇਹਨਾਂ ਨੂੰ ਵੀ ਉੱਥੇ ਕੈਦ ਕਰਤਾ। ਦੱਸਦੇ ਆ ਵੀ ਉੱਥੇ ਵੀ ਕੋਈ ਭੂਤ ਰਹਿੰਦਾ ਸੀ ਜਿਹੜਾ ਕਿ ਸਤਿਗੁਰਾਂ ਦੇ ਸਾਹਮਣੇ ਹਾਜ਼ਰ ਹੋ ਗਿਆ ਤੇ ਪੁੱਛਣ ਲੱਗਿਆ, ਮਹਾਰਾਜ ਮੈਂ ਤੁਹਾਡੀ ਕੀ ਸੇਵਾ ਕਰਾਂ? ਕਿਉਂਕਿ ਸਭ ਕੁਝ ਪਰਮੇਸ਼ਰ ਦੇ ਹੁਕਮ 'ਚ ਹੈ। ਭੈ ਵਿੱਚ ਪਵਨ ਬਹਿ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਹੀ ਅਗਨ ਕੱਢੈ ਬੇਗਾਰ। ਖੈਰ ਗੁਰੂ ਤੇਗ ਬਹਾਦਰ ਜੀ ਨੂੰ ਉੱਥੇ ਇਹਨਾਂ ਨੇ ਕੈਦ ਕਰ ਦਿੱਤਾ। ਤੇ ਕੈਦ ਕਰਨ ਤੋਂ ਬਾਅਦ ਔਰੰਗਜ਼ੇਬ ਵਾਰ-ਵਾਰ ਆਪਣੇ ਬੰਦਿਆਂ ਨੂੰ, ਕਾਜ਼ੀਆਂ ਮਲਾਣੀਆਂ ਨੂੰ ਭੇਜਦਾ ਹੈ ਕਿ ਜਾ ਕੇ ਮਨਾਓ ਤੇਗ ਬਹਾਦਰ ਨੂੰ, ਜੇ ਉਹ ਮੁਸਲਮਾਨ ਬਣ ਜਾਵੇ। ਪਰ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਬਿਲਕੁਲ ਨਹੀਂ, ਅਸੀਂ ਮੁਸਲਮਾਨ ਬਣਨ ਲਈ ਨਹੀਂ ਆਏ, ਮੈਂ ਤਾਂ ਔਰੰਗਜ਼ੇਬ ਨੂੰ ਵੀ ਸਮਝਾਉਣ ਆਇਆ ਵੀ ਐਵੇਂ ਦੁਨੀਆ ਨੂੰ ਤੰਗ ਨਾ ਕਰ। ਕਈ ਦਿਨ ਇਹ ਕੰਮ ਚੱਲਦਾ ਰਿਹਾ। ਇੱਕ ਦਿਨ ਕਿਸੇ ਮਲਾਣੇ ਨੇ ਜਾ ਕੇ ਔਰੰਗਜ਼ੇਬ ਨੂੰ ਕਿਹਾ ਵੀ ਤੁਸੀਂ ਸਖਤੀ ਕਿਉਂ ਨਹੀਂ ਕਰਦੇ ਤੇਗ ਬਹਾਦਰ ਤੇ ਸਿੱਖਾਂ ਦੇ ਗੁਰੂ ਤੇ? ਕਹਿੰਦੇ ਕਿਉਂ? ਕਹਿੰਦੇ ਉਹ ਤਾਂ ਚਾਂਦਨੀ ਚੌਂਕ ਦੀਆਂ ਗਲੀਆਂ ਵਿੱਚ ਸਿੱਖਾਂ ਦੇ ਘਰੇ ਬੈਠੇ ਆ, ਪ੍ਰਸ਼ਾਦਾ ਛਕੀ ਜਾਂਦੇ ਆ। ਔਰੰਗਜ਼ੇਬ ਨੇ ਕਿਹਾ ਨਹੀਂ, ਐਸਾ ਨਹੀਂ ਹੋ ਸਕਦਾ। ਬੰਦੇ ਭੇਜੇ। ਜਿਹੜਾ ਗੁਰੂ ਪਿਆਰਿਓ ਜੇਲ੍ਹ ਦੇ ਉੱਤੇ ਜੇਲ੍ਹ ਡਿਊਟੀ ਕਰਦਾ ਸੀ, ਉਹਨੂੰ ਪੁੱਛਿਆ ਵੀ ਤੂੰ ਭੇਜਿਆ, ਕੱਢਿਆ ਬਾਹਰ? ਕਹਿੰਦਾ ਨਾ, ਮੈਂ ਨਹੀਂ ਕੱਢਿਆ, ਲੋਕ ਤਾਂ ਲੱਗਿਆ ਪਿਆ ਗੇਟ ਨੂੰ, ਜੇਲ੍ਹ ਨੂੰ। ਕਹਿੰਦੇ ਨਹੀਂ, ਕੱਢਿਆ ਹੋਵੇਗਾ ਤੂੰ, ਸਖਤਾਈ ਕੀਤੀ, ਤੂੰ ਬਿਲਕੁਲ ਜੇਲ੍ਹ ਨਹੀਂ ਖੁੱਲ੍ਹਣੀ। ਉਸ ਤੋਂ ਬਾਅਦ ਕਹਿੰਦੇ ਸਤਿਗੁਰੂ ਤੇਗ ਬਹਾਦਰ ਜੀ ਦੇ ਲਈ ਇੱਕ ਅਲੱਗ ਐਸਾ ਪਿੰਜਰਾ ਤਿਆਰ ਕਰਵਾਇਆ ਜਿਹਦੇ ਵਿੱਚ ਬੰਦਾ ਨਾ ਲੰਮਾ ਪੈ ਸਕੇ ਨਾ ਖੜਾ ਹੋ ਸਕੇ। ਤੇ ਸਤਿਗੁਰੂ ਤੇਗ ਬਹਾਦਰ ਜੀ ਨੂੰ ਉਸ ਪਿੰਜਰੇ ਵਿੱਚ ਬਿਠਾ ਦਿੱਤਾ। ਦੋ ਲੋਕ ਹੋ ਗਏ, ਇੱਕ ਜੇਲ੍ਹ ਨੂੰ ਤੇ ਇੱਕ ਪਿੰਜਰੇ ਨੂੰ। ਫਿਰ ਕਿਸੇ ਗੁਰਸਿੱਖ ਨੇ ਅਰਦਾਸ ਕੀਤੀ, ਪਾਤਸ਼ਾਹ ਤੁਸੀਂ ਦਿੱਲੀ 'ਚ ਆਏ ਹੋਏ ਹੋ, ਕਿਰਪਾ ਕਰਕੇ ਸਾਡੇ ਘਰੇ ਚਰਨ ਪਾ ਜਾਓ, ਪ੍ਰਸ਼ਾਦਾ ਛਕ ਲਓ। ਤੇਗ ਬਹਾਦਰ ਸਿਮਰਿਆ ਘਰ ਨੌ ਨਿਧਿ ਆਵੈ ਧਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ ਦੇ ਮਹਾਵਾਕ ਅਨੁਸਾਰ ਜਿੱਥੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਉਹ ਪਹੁੰਚ ਜਾਂਦੇ ਐ। ਤੇ ਕਹਿੰਦੇ ਜਦ ਸਿੱਖ ਨੇ ਅਰਦਾਸ ਕੀਤੀ ਤੇ ਸਤਿਗੁਰੂ ਤੇਗ ਬਹਾਦਰ ਜੀ ਉਹਨਾਂ ਦੇ ਘਰ ਹਾਜ਼ਰ ਹੋ ਗਏ, ਪ੍ਰਸ਼ਾਦਾ ਛਕ ਰਿਹਾ। ਫਿਰ ਕਿਸੇ ਮਲਾਣੇ ਨੇ ਪੁੱਛਿਆ, ਵੇਖਿਆ ਜਦ ਤੇ ਉਹਨੇ ਆ ਕੇ ਫਿਰ ਦੱਸਿਆ ਵੀ ਅੱਜ ਫਿਰ ਗੁਰੂ ਤੇਗ ਬਹਾਦਰ ਫਲਾਨੀ ਚਾਂਦਨੀ ਚੌਂਕ ਦੀ ਗਲੀ 'ਚ ਫਲਾਣੇ ਸਿੱਖਾਂ ਦੇ ਘਰੇ ਬੈਠੇ ਆ। ਕਹਿੰਦੇ ਔਰੰਗਜ਼ੇਬ ਨੇ ਦੋ ਬੰਦੇ ਭਜਾਏ, ਕਹਿੰਦੇ ਜਾਓ ਦੇਖ ਕੇ ਆਓ। ਇੱਕ ਨੂੰ ਜੇਲ੍ਹ ਵੱਲ ਭੇਜਿਆ, ਇੱਕ ਨੂੰ ਉਸ ਗਲੀ 'ਚ ਭੇਜਿਆ। ਤੇ ਦੋਨੇ ਆਏ ਕਿ ਕਹਿੰਦੇ ਹੈਗੇ ਜੀ। ਜੇਲ੍ਹ ਵਾਲਾ ਕਹਿੰਦਾ ਜੇਲ੍ਹ 'ਚ ਬੈਠੇ ਨੇ ਪਿੰਜਰੇ 'ਚ, ਦੂਜਾ ਕਹਿੰਦਾ ਜੀ ਉਹਨਾਂ ਦੇ ਘਰੇ ਆ। ਕੋ ਸਤਨਾਮ ਸੀ। ਭਾਵ ਗੁਰੂ ਸਾਹਿਬ ਨੂੰ ਕੋਈ ਕੈਦ ਨਹੀਂ ਕਰ ਸਕਦਾ। ਹਵਾ ਦੀ ਨਿਆਈ ਜਿੱਧਰ ਮਰਜੀ ਆਪਣੀ ਮੌਜ ਦੇ ਮਾਲਕ ਹੈ। ਪਰ ਸੰਸਾਰ ਦੇ ਭਲੇ ਵਾਸਤੇ ਸ਼ਹੀਦੀ ਦੇਣਾ, ਬਲੀਦਾਨ ਦੇਣਾ, ਇਹ ਵੀ ਉਹਨਾਂ ਦੀ ਆਪਣੀ ਮਰਜ਼ੀ ਹੈ, ਮੌਜ ਹੈ। ਤਾਂ ਹੋਇਆ ਕੀ, ਔਰੰਗਜ਼ੇਬ ਨੇ ਹੋਰ ਵੀ ਸਖਤਾਈ ਕਰਤੀ, ਜੇਲਰ ਤੇ ਸਖਤਾਈ ਕਰਤੀ, ਦਿਨ ਰਾਤ ਪਹਿਰਾ ਦੇਣ ਦਾ ਹੁਕਮ ਦੇ ਦਿੱਤਾ। ਤੇ ਸਤਿਗੁਰੂ ਤੇਗ ਬਹਾਦਰ ਜੀ ਨੂੰ ਬਾਰ-ਬਾਰ ਆਪਣੇ ਬੰਦੇ ਭੇਜ ਕੇ ਮਨਾਉਣ ਦੀ ਕੋਸ਼ਿਸ਼ ਵੀ ਕਰਦਾ ਰਿਹਾ। ਅਖੀਰ ਉਹਨੇ ਹੁਕਮ ਦਿੱਤਾ ਕਿ ਜੇ ਤੁਸੀਂ ਮੁਸਲਮਾਨ ਨਾ ਬਣੇ, ਇਹ ਜਿੱਦ ਨਾ ਛੱਡੀ ਤੇ ਮੈਂ ਤੁਹਾਨੂੰ ਕਤਲ ਕਰ ਦੇਣਾ, ਸ਼ਹੀਦ ਕਰ ਦੇਣਾ, ਮਾਰ ਦੇਣਾ। ਗੁਰੂ ਤੇਗ ਬਹਾਦਰ ਜੀ ਕਹਿੰਦੇ ਉਹ ਤੇਰੀ ਮਰਜ਼ੀ ਆ, ਪਰ ਅਸੀਂ ਨਾ ਆਪਣਾ ਧਰਮ ਛੱਡੀਏ
ਨਾ ਅਸੀਂ ਮੁਸਲਮਾਨ ਬਣੀਏ ਤੇ ਨਾ ਹੀ ਅਸੀਂ ਤੈਨੂੰ ਇਹ ਕੰਮ ਕਰਨ ਨੂੰ ਕਹਿੰਦੇ ਆ, ਆਗਿਆ ਦਿੰਦੇ ਆ। ਹਾਂ, ਕਹਿਣ ਲੱਗੇ ਚੱਲ ਇੱਕ ਹੋਰ ਗੱਲ ਕਰ ਲਾ, ਫਿਰ ਕੋਈ ਕਰਾਮਾਤ ਵਿਖਾ ਜੇ ਤੇਰੇ ਵਿੱਚ ਸ਼ਕਤੀ ਹੈ ਤਾਂ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਕਰਾਮਾਤ ਸਾਡੇ ਕੋਲੇ ਕੋਈ ਨਹੀਂ। ਉਹਦਾ ਮਤਲਬ ਸੀਗਾ ਕਿ ਸ਼ਾਇਦ ਮੈਂ ਇਸ ਚੱਕਰ 'ਚ ਕੱਢ ਦੇਵਾਂਗਾ ਵੀ ਚੱਲ ਮੈਂ ਗੁਰੂ ਤੇਗ ਬਹਾਦਰ ਨੂੰ ਛੱਡਤਾ ਵੀ ਉਹ ਤਾਂ ਸ਼ਕਤੀਆਂ ਦੇ ਮਾਲਕ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਕਰਾਮਾਤ ਵੀ ਕਹਿੰਦੇ ਉੱਥੇ ਕੋਈ ਨਾ ਵਿਖਾਈ ਉਸ ਨੂੰ। ਇੱਕ ਦਿਨ ਇਹਨਾਂ ਨੇ ਸਲਾਹ ਕੀਤੀ ਕਾਜ਼ੀਆਂ ਮਲਾਣਿਆਂ ਨੇ ਵੀ ਜੀ ਆਪਾਂ ਕਲਮਾ ਪੜ੍ਹਿਆ ਹੋਇਆ, ਆਪਣੇ ਧਰਮ ਦੇ ਮੁਤਾਬਕ ਬਣਾਇਆ ਹੋਇਆ ਖਾਣਾ ਗੁਰੂ ਤੇਗ ਬਹਾਦਰ ਨੂੰ ਖਵਾ ਦਈਏ ਤੇ ਉਹ ਧਰਮ 'ਚੋਂ ਖਤਮ ਹੋ ਜਾਵੇਗਾ, ਉਹਦੇ ਅੰਦਰੋਂ ਜਿਹੜੀ ਹੈ ਭਗਤੀ ਸ਼ਕਤੀ ਖਤਮ ਹੋ ਜਾਵੇਗੀ। ਇਹਨਾਂ ਨੇ ਚੌਲ ਬਣਾਏ ਤੇ ਚੌਲਾਂ ਦੇ ਵਿੱਚ ਸੂਰ ਦਾ ਮਾਸ, ਆਪਣਾ ਗਾਂ ਦਾ ਮਾਸ ਵੱਢ ਕੇ ਪਾਇਆ। ਇਹ ਖਾਂਦੇ ਆ ਗਾਂ ਨੂੰ। ਹਿੰਦੂ ਜਿਹੜਾ ਉਹਦੀ ਪੂਜਾ ਕਰਦਾ ਹੈ ਤੇ ਮੁਸਲਮਾਨ ਖਾਂਦੇ ਆ। ਇਹਨਾਂ ਨੇ ਸੋਚਿਆ ਵੀ ਜੇ ਅਸੀਂ ਸਿੱਖਾਂ ਨੂੰ, ਸਿੱਖਾਂ ਦੇ ਗੁਰੂ ਨੂੰ ਇਹ ਖਵਾ ਦਿੱਤਾ ਤੇ ਉਹਦਾ ਧਰਮ ਖਤਮ ਹੋ ਜਾਵੇਗਾ, ਉਹਦੀ ਸ਼ਕਤੀ ਖਤਮ ਹੋ ਜਾਵੇਗੀ। ਇਹਨਾਂ ਨੇ ਕਹਿੰਦੇ ਇੱਕ ਦੇਗਚੇ ਦੇ ਵਿੱਚੋਂ ਚੌਲ ਪਾ ਕੇ, ਜਿਸ ਵਿੱਚ ਮਾਸ ਵੀ ਪਾਇਆ ਰਿੰਨਿਆ ਹੋਇਆ, ਢੱਕ ਦੇ ਕੇ ਤੇ ਲੈ ਆਂਦਾ ਜੇਲ੍ਹ ਦੇ ਵਿੱਚ ਤੇ ਕਹਿਣ ਲੱਗੇ ਕਈ ਦਿਨ ਹੋ ਗਏ ਤੁਸੀਂ ਕੁਝ ਖਾਧਾ ਨਹੀਂ, ਆ ਖਾ ਲਓ। ਗੁਰੂ ਤੇਗ ਬਹਾਦਰ ਕਹਿਣ ਲੱਗੇ ਅਸੀਂ ਕੁਛ ਨਹੀਂ ਖਾਣਾਗਾ। ਉਹ ਕਹਿਣ ਲੱਗੇ ਖਾ ਲਓ, ਕਈ ਦਿਨ ਹੋ ਗਏ ਤੁਹਾਨੂੰ ਭੁੱਖ ਲੱਗੀ ਹੋ। ਪਾਤਸ਼ਾਹ ਕਹਿੰਦੇ ਨਹੀਂ ਖਾਣਾ। ਜਦ ਦੂਜੀ ਤੀਜੀ ਵਾਰ ਕਿਹਾ, ਪਾਤਸ਼ਾਹ ਕਹਿੰਦੇ ਢੱਕਣ ਚੱਕੋ। ਜਦ ਉਹਨਾਂ ਨੇ ਢੱਕਣ ਲਾਇਆ ਤੇ ਉੱਥੇ ਕਰਾਮਾਤ ਵਰਤੀ। ਫਿਰ ਕਰਾਮਾਤ ਤਾਂ ਹੋ ਰਹੀ ਹੈ, ਪਰ ਗੁਰੂ ਸਾਹਿਬ ਨੇ ਆਪਣੇ ਮੁਖੋਂ ਨਹੀਂ ਕਿਹਾ ਕਿ ਇਹ ਮੈਂ ਕਰਾਮਾਤ ਕੀਤੀ ਆ। ਕੋ ਸਤਨਾਮ ਸੀ। ਕਰਾਮਾਤ ਤਾਂ ਰੋਜ਼ ਹੀ ਹੋ ਰਹੀ ਹੈ। ਜੇਲ੍ਹ ਨੂੰ ਲੋਕ ਲੱਗੇ ਆ, ਪਿੰਜਰੇ ਨੂੰ ਲੋਕ ਲੱਗੇ ਆ, ਪਰ ਗੁਰੂ ਸਾਹਿਬ ਕਿਸੇ ਨਾ ਕਿਸੇ ਸਿੱਖ ਦੀ ਅਰਦਾਸ ਪੂਰੀ ਕਰਨ ਵਾਸਤੇ ਉੱਥੇ ਪਹੁੰਚ ਜਾਂਦੇ ਆ। ਤੇ ਜਦੋਂ ਕਹਿੰਦੇ ਦੇਗਚੇ ਤੋਂ ਢੱਕਣ ਚੱਕਿਆ, ਜਿੰਨੇ ਉਹ ਮਾਸ ਦੀਆਂ ਬੋਟੀਆਂ ਸੀ, ਜਿੰਨੇ ਉਹ ਚੌਲਾਂ ਦੇ ਦਾਣੇ ਸੀ, ਕਹਿੰਦੇ ਉਹ ਸਾਰੇ ਸੂਰਾਂ ਦੇ ਬੱਚੇ ਬਣ ਬਣ ਕੇ ਭੱਜਣ ਲੱਗੇ। ਸਾਰੀ ਦਿੱਲੀ ਸੂਰਾਂ ਨਾਲ ਭਰ ਗਈ। ਮੁਸਲਮਾਨ ਜਿਹੜਾ ਹੈ ਸੂਰ ਤੋਂ ਨਫ਼ਰਤ ਕਰਦਾ ਤੇ ਸੂਰ ਤਾਂ ਇਹਨਾਂ ਦੇ ਘਰਾਂ ਵਿੱਚ ਜਾ ਵੱਜੇ, ਇਹਨਾਂ ਦੇ ਪਾਣੀ ਵਾਲੇ ਤੌੜਿਆਂ ਵਿੱਚ ਜਾ ਵੱਜੇ, ਰਸੋਈਆਂ 'ਚ ਜਾ ਵੜੇ। ਸਾਰੀ ਦਿੱਲੀ ਦੇ ਲੋਕ ਔਰੰਗਜ਼ੇਬ ਨੂੰ ਲਾਹਨਤਾਂ ਪਾਉਣ ਲੱਗੇ ਜਿਵੇਂ ਅੱਜ ਦੀ ਸਰਕਾਰ ਨੂੰ ਪੈਂਦੀਆਂ। ਤਾਂ ਗੁਰੂ ਪਿਆਰਿਓ, ਫਿਰ ਕੀ ਹੋਇਆ? ਸਾਰੀ ਦਿੱਲੀ ਕਹਿੰਦੇ ਸੂਰਾਂ ਦੇ ਨਾਲ ਭਰ ਗਈ ਉਸ ਦਿਨ। ਤੇ ਔਰੰਗਜ਼ੇਬ ਕਹਿਣ ਲੱਗਿਆ ਇਹ ਕਰਾਮਾਤ ਨਹੀਂ ਤੇ ਹੋਰ ਕੀ ਹੈ? ਪਾਤਸ਼ਾਹ ਕਹਿੰਦੇ ਮੈਂ ਤਾਂ ਕੀਤੀ ਨਹੀਂ, ਇਹ ਤਾਂ ਤੁਹਾਡੀ ਭਾਵਨਾ ਹੈ। ਤੁਸੀਂ ਕਿਸੇ ਦਾ ਧਰਮ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਪਰਮੇਸ਼ਰ ਨੇ ਤੁਹਾਡਾ ਧਰਮ ਖਤਮ ਕਰ ਦਿੱਤਾ। ਦੇਖੋ, ਨਰ ਚਾਹਤ ਕਛ ਔਰ ਹੈ ਕੀ ਔਰ ਹੈ ਭਈ ਚਿਤ ਬਤ ਰਹਿਓ ਠਕੌਰ, ਨਾਨਕ ਫਾਸੀ ਗੱਲ ਪਰੀ। ਇਹ ਸਾਡੀ ਕਰਾਮਾਤ ਨਹੀਂ ਹੈ। ਅਖੀਰ ਕਈ ਦਿਨ ਮਨਾਉਂਦਾ ਰਿਹਾ। ਸਤਿਗੁਰਾਂ ਦੇ ਸਾਹਮਣੇ ਉਸਨੇ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਨੂੰ ਇੱਕ ਇੱਕ ਕਰਕੇ ਸ਼ਹੀਦ ਕੀਤਾ। ਬਈ ਸ਼ਾਇਦ ਉਹਨਾਂ ਦੀ ਸ਼ਹੀਦੀ ਦੇਖ ਕੇ ਗੁਰੂ ਤੇਗ ਬਹਾਦਰ ਡਰ ਜਾਣਗੇ। ਭਾਈ ਦਿਆਲਾ ਜੀ ਨੂੰ ਉਬਲਦੇ ਪਾਣੀ ਦੇ ਵਿੱਚ ਬਿਠਾ ਕਰਕੇ ਸ਼ਹੀਦ ਕਰਤਾ, ਦੇਗੇ 'ਚ ਬਿਠਾ ਕੇ। ਸਤੀ ਦਾਸ ਦੇ ਸਰੀਰ ਤੇ ਰੂਹ ਲਪੇਟ ਦਿੱਤੀ ਤੇ ਉਸ ਨੂੰ ਅੱਗ ਲਾ ਕੇ ਸ਼ਹੀਦ ਕਰ ਦਿੱਤਾ। ਇਸੇ ਤਰ੍ਹਾਂ ਹੀ ਮਤੀ ਦਾਸ ਨੂੰ ਤੀਜੇ ਚੌਥੇ ਦਿਨ ਫਿਰ ਲਿਆਂਦਾ ਗਿਆ ਸਾਹਮਣੇ। ਉਹਨਾਂ ਨੂੰ ਵੀ ਚਾਂਦਨੀ ਚੌਂਕ 'ਚ ਲਿਆਂਦਾ ਗਿਆ। ਕਹਿਣ ਲੱਗਿਆ ਦੇਖ ਲਓ, ਨਹੀਂ ਤਾਂ ਇੱਦਾਂ ਤੁਹਾਡੇ ਨਾਲ ਵੀ ਹੋਣੀ ਆ। ਕਹਿੰਦੇ ਕੋਈ ਗੱਲ ਨਹੀਂ। ਮਤੀ ਦਾਸ ਨੂੰ ਕਹਿੰਦੇ 2 ਲੱਕੜਾਂ ਗੱਡ ਕੇ ਉਹਨੂੰ ਨਡੌਲਿਆਂ ਤੋਂ ਤੇ ਪੈਰਾਂ ਦੇ ਗਿੱਟਿਆਂ ਤੋਂ ਲੱਕੜਾਂ ਨਾਲ ਬੰਨ੍ਹ ਦਿੱਤਾ ਸਰੀਰ ਨੂੰ। ਔਰ ਜਲਾਦ ਆ ਗਏ ਆਰਾ ਲੈ ਕੇ ਕੱਟਣ ਵਾਸਤੇ। ਮਤੀ ਦਾਸ ਕਹਿੰਦਾ ਠਹਿਰ ਜਾਓ। ਸੋਚਿਆ ਸ਼ਾਇਦ ਗੁਰੂ ਦਾ ਸਿੱਖ ਡਰ ਗਿਆ। ਕਹਿੰਦੇ ਕੀ ਗੱਲ ਡਰ ਗਿਆ? ਕਹਿੰਦੇ ਡਰਿਆ ਨਹੀਂ ਹੈਗਾ। ਇੱਕ ਤਾਂ ਮੇਰਾ ਮੁੱਖ ਹੈ ਜਿਹੜਾ ਗੁਰੂ ਸਾਹਿਬ ਦੇ ਵੱਲ ਹੋਣਾ ਚਾਹੀਦਾ। ਕਹਿੰਦੇ ਠੀਕ ਆ। ਤੇ ਦੂਸਰਾ ਆਰਾ ਹੌਲੀ ਚਲਾਇਓ। ਉਹ ਕਹਿੰਦੇ ਆਰਾ ਹੌਲੀ ਕਿਉਂ ਚਲਾਉਣਾ? ਡਰ ਗਿਆ ਤੂੰ? ਕਹਿੰਦਾ ਮੈਂ ਡਰਿਆ ਨਹੀਂ ਹੈਗਾ।
ਤੁਹਾਡਾ ਆਰਾ ਚਲਦੇ ਚਲਦੇ ਮੇਰੀ ਜੀਭ ਕੱਟੀ ਜਾਵੇ, ਉਸ ਤੋਂ ਪਹਿਲਾਂ ਪਹਿਲਾਂ ਮੈਂ ਜਪਜੀ ਸਾਹਿਬ ਦਾ ਪਾਠ ਪੂਰਾ ਕਰਨਾ ਹੈ। ਕਹੋ ਸਤਨਾਮ ਸ੍ਰੀ। ਤੇ ਇਹ ਬਚਨ ਸਾਹਮਣੇ ਬੈਠੇ ਗੁਰੂ ਤੇਗ ਬਹਾਦਰ ਜੀ ਵੀ ਸੁਣ ਰਹੇ ਆ। ਤੇ ਜਦ ਉਹਨਾਂ ਨੇ ਬਚਨ ਸੁਣਿਆ ਤੇ ਕਹਿੰਦੇ ਵਾਹ ਵਾਹ ਮਤੀਦਾਸ, ਫਿਕਰ ਨਾ ਕਰ, ਜੇ ਤੇਰਾ ਸਰੀਰ ਪੂਰਾ ਵੀ ਕੱਟਿਆ ਜਾਵੇ, 2 ਟੋਟੇ ਹੋ ਜਾਣ, ਤਾਂ ਵੀ ਜਪਜੀ ਸਾਹਿਬ ਦਾ ਪਾਠ ਜ਼ਰੂਰ ਪੂਰਾ ਹੋਵੇਗਾ। ਕਹੋ ਸਤਨਾਮ ਸ੍ਰੀ। ਇੱਦਾਂ ਹੀ ਹੋਇਆ। ਜਲਾਦਾਂ ਨੇ ਆਪਣਾ ਕੰਮ ਕੀਤਾ, ਸਰੀਰ ਨੂੰ ਆਰਾ ਕੱਟਦਿਆਂ ਹੋਇਆਂ 2 ਫੜ ਕਰ ਗਿਆ, ਪਰ ਜਪਜੀ ਸਾਹਿਬ ਦਾ ਰਹਿੰਦਾ ਪਾਠ ਜਿਹੜਾ ਹੈ ਸਰੀਰ ਦੇ ਦੋਨਾਂ ਹਿੱਸਿਆਂ 'ਚੋਂ ਵਾਰ-ਵਾਰ ਤੁਕ ਉਚਰਦੀ ਰਹੀ ਤੇ ਪੂਰਾ ਹੋਇਆ। ਅਖੀਰ ਗੁਰੂ ਤੇਗ ਬਹਾਦਰ ਜੀ ਨੂੰ ਕਹਿਣ ਲੱਗੇ, ਹੁਣ ਤੁਹਾਨੂੰ ਅਸੀਂ ਛੱਡਣਾ ਨਹੀਂ, ਜਾਂ ਤਾਂ ਮੁਸਲਮਾਨ ਬਣ ਜਾਓ, ਅਸੀਂ ਤੁਹਾਨੂੰ ਲੋਕ ਗੁਰੂ ਕਹਿੰਦੇ, ਅਸੀਂ ਤੁਹਾਨੂੰ ਪੀਰ ਕਰਕੇ ਮੰਨਾਂਗੇ। ਗੁਰੂ ਤੇਗ ਬਹਾਦਰ ਜੀ ਕਹਿੰਦੇ ਨਹੀਂ, ਸਾਨੂੰ ਸਾਡਾ ਧਰਮ ਪਿਆਰਾ, ਤੁਸੀਂ ਆਪਣੇ ਧਰਮ ਨੂੰ ਰੱਖੋ। ਅਖੀਰ ਗੁਰੂ ਪਿਆਰੋ ਇਹਨਾਂ ਨੇ ਚਾਂਦਨੀ ਚੌਕ ਦੇ ਵਿੱਚ ਜੋ ਫਹਾਰਾ ਲੱਗਿਆ ਹੋਇਆ, ਹੁਣ ਤਾਂ ਉੱਥੇ ਸੁੰਦਰ ਸਥਾਨ ਬਣਾ ਦਿੱਤਾ ਨਿਸ਼ਾਨੀ ਤੌਰ ਤੇ, ਔਰ ਉਹ ਜਗ੍ਹਾ ਦੇ ਉੱਤੇ ਇਹਨਾਂ ਨੇ ਫਿਰ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਲਿਆਂਦਾ। ਉਸ ਤੋਂ ਪਹਿਲਾਂ ਸਤਿਗੁਰਾਂ ਦੇ ਨਾਲ ਇੱਕ ਸਿੱਖ ਹੈ ਭਾਈ ਗੁਰਦਿੱਤਾ। ਭਾਈ ਗੁਰਦਿੱਤੇ ਨੂੰ ਸਤਿਗੁਰਾਂ ਨੇ ਦਿੱਲੀ ਜੇਲ੍ਹ ਦੇ ਵਿੱਚ ਬੈਠ ਕੇ ਕਾਫੀ ਬਾਣੀ ਉਚਾਰਨ ਕੀਤੀ ਸੀ, ਜਿਹੜੀ ਆਪਾਂ ਸ਼ਲੋਕਾਂ ਦੇ ਰੂਪ 'ਚ ਪੜ੍ਹਦੇ ਹਾਂ, ਭੋਗ ਦੀ ਬਾਣੀ ਕਹਿੰਦੇ ਆ ਜਿਹਨੂੰ ਆਪਾਂ, ਜਾਂ ਹੋਰ ਜੋ ਵੀ ਲਿਖਿਆ ਸੀ ਪਾਤਸ਼ਾਹ ਜੀ ਨੇ, ਉਹ ਸਾਰਾ ਬੰਦ ਕਰਕੇ ਭਾਈ ਗੁਰਦਿੱਤੇ ਨੂੰ ਦੇ ਦਿੱਤਾ। ਉਸ ਤੋਂ ਪਹਿਲਾਂ ਕਿ ਜਾ ਇਹ ਸਾਰਾ ਸਮਾਨ ਅਨੰਦਪੁਰ ਸਾਹਿਬ ਲੈ ਜਾ, ਔਰ ਉਹਨਾਂ ਨੂੰ ਜਾ ਕੇ ਧੀਰਜ ਦੇਣਾ। ਜਿਸ ਤਰ੍ਹਾਂ ਭੋਗ ਦੇ ਸ਼ਲੋਕਾਂ ਵਿੱਚ ਇੱਕ ਸ਼ਲੋਕ ਹੈ, ਰਾਮ ਗਇਓ ਰਾਵਣ ਗਇਓ, ਜਾਂ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ, ਚਿੰਤਾ ਤਾਕੀ ਕੀਜੀਐ ਜੋ ਅਣਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ, ਜੋ ਉਪਜਿਓ ਸੋ ਬਿਨਸ ਹੈ ਪਰ ਉਹ ਆਜ ਕਹਿ ਕਾਲ। ਇਹ ਸਾਰੇ ਸ਼ਲੋਕ ਜਿਹੜੇ ਪਿਛਲੇ ਸ਼ਲੋਕ ਹਨ ਨਾ ਦੋਹਰੇ ਦੇ ਨੇੜੇ, ਇਹ ਸ਼ਲੋਕ ਪਰਿਵਾਰ ਨੂੰ ਧੀਰਜ ਦੇਣ ਵਾਸਤੇ, ਸਾਨੂੰ ਧੀਰਜ ਦੇਣ ਵਾਸਤੇ ਲਿਖੇ ਜਾਂਦੇ ਆ। ਉਹ ਸਾਰੀ ਬਾਣੀ ਲੈ ਕੇ ਭਾਈ ਸਾਹਿਬ ਜੀ ਅਨੰਦਪੁਰ ਸਾਹਿਬ ਆਏ, ਔਰ ਪਰਿਵਾਰ ਨੂੰ ਦੱਸਿਆ ਵੀ ਆਹ ਕਹਾਣੀ ਸਾਰੀ ਉੱਥੇ ਬੀਤੀ ਆ, ਸਾਰਾ ਜੋ ਅੱਜ ਤੱਕ ਹੋਇਆ ਸਭ ਕੁਝ ਦੱਸਿਆ, ਔਰ ਇਹ ਵੀ ਦੱਸਿਆ ਕਿ ਸ਼ਾਇਦ ਗੁਰੂ ਤੇਗ ਬਹਾਦਰ ਜੀ ਹੁਣ ਸਰੀਰ ਕਰਕੇ ਇੱਧਰ ਨਾ ਆਉਣ। ਇਹ ਬਾਣੀ ਉਹਨਾਂ ਨੇ ਭੇਜੀ ਆ। ਕਹਿੰਦੇ ਠੀਕ ਆ। ਫਿਰ ਉੱਥੋਂ ਭਾਈ ਜੈਤਾ ਸਿੰਘ ਜੀਵਨ ਸਿੰਘ ਦੀ ਡਿਊਟੀ ਲਾਉਂਦੇ ਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਬਚਪਨ ਦੇ ਸਾਥੀ, ਜੋ ਕਿ ਪਟਨਾ ਸਾਹਿਬ ਤੋਂ ਨਾਲ ਹੀ ਆਏ ਆ, ਭਾਈ ਜੈਤਾ ਸਿੰਘ ਜੀ, ਜਿਨ੍ਹਾਂ ਦਾ ਦੂਸਰਾ ਨਾਮ ਅੰਮ੍ਰਿਤ ਛਕਣ ਤੋਂ ਬਾਅਦ ਜੀਵਨ ਸਿੰਘ ਰੱਖਿਆ ਗਿਆ। ਪਹਿਲਾ ਨਾਮ ਸੀ ਭਾਈ ਜੈਤਾ, ਔਰ ਦੂਸਰੇ ਇਹਨਾਂ ਦੇ ਭਾਈ ਸੰਗਤ ਸਿੰਘ। ਤਾਂ ਗੁਰੂ ਪਿਆਰਿਓ, ਜੈਤਾ ਸਿੰਘ ਦੀ ਡਿਊਟੀ ਲਾਉਂਦੇ ਆ ਜੀਵਨ ਸਿੰਘ ਦੀ, ਕਿ ਤੁਸੀਂ ਜਾਓ ਔਰ ਉੱਥੇ ਵਿਚਰਨਾ। ਜੇ ਗੁਰੂ ਸਾਹਿਬ ਜੀ ਨੂੰ ਸ਼ਹੀਦ ਕਰ ਦਿੰਦੇ ਆ ਉਹ, ਤੇ ਉਹਨਾਂ ਦਾ ਸੀਸ ਨਹੀਂ ਰੁਲਣ ਦੇਣਾ, ਤੁਰੰਤ ਉਹ ਸੀਸ ਸੰਭਾਲ ਕੇ ਕੱਲਾ ਚੱਕ ਕੇ ਲੈ ਆਉਣਾ। ਕੋ ਸਤਨਾਮ ਸ੍ਰੀ। ਇਹਨਾਂ ਕੰਮ ਤੂੰ ਕਰ ਸਕਦਾ। ਤੇ ਭਾਈ ਜੈਤਾ ਜੀ, ਜਿਨ੍ਹਾਂ ਨੇ ਉੱਥੇ ਜਾ ਕੇ ਵਿਚਰਨਾ ਕੀਤਾ, ਸੰਗਤਾਂ ਨੂੰ ਵੀ ਮਿਲਿਆ, ਗੁਰੂ ਸਾਹਿਬ ਨੂੰ ਵੀ ਮਿਲਿਆ, ਸਾਰੀ ਕਹਾਣੀ ਵੀ ਦੱਸੀ। ਤਾਂ ਇਸ ਤਰ੍ਹਾਂ ਗੁਰੂ ਪਿਆਰਿਓ, ਅਖੀਰ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਦਾ ਸਮਾਂ ਨੇੜੇ ਆਇਆ। ਜਦ ਇਹਨਾਂ ਨੇ ਵਿਉਂਤ ਬਣਾਈ ਵੀ ਹੁਣ ਇਹ ਮੰਨਦਾ ਨਹੀਂ, ਹੁਣ ਤਾਂ ਇਹੋ ਹੀ ਕਰਨਾ ਪੈਣਾ। ਉਹਦਾ ਮਕਸਦ ਸੀ ਕਿ ਸ਼ਾਇਦ ਜੇ ਮੈਂ ਹਿੰਦੁਸਤਾਨ ਦੇ ਗੁਰੂ ਤੇਗ ਬਹਾਦਰ ਨੂੰ ਸ਼ਹੀਦ ਕਰ ਦੇਵਾਂ, ਕਤਲ ਕਰ ਦੇਵਾਂ, ਦੁਨੀਆ ਡਰ ਜਾਵੇਗੀ ਤੇ ਫਿਰ ਮੁਸਲਮਾਨ ਬਣਨਾ ਸ਼ੁਰੂ ਹੋ ਜਾਵੇਗਾ। ਪਰ ਇੱਦਾਂ ਨਹੀਂ ਹੋਣਾ ਸੀਗਾ। ਸਤਿਗੁਰਾਂ ਦੀ ਸ਼ਹੀਦੀ ਦੇ ਨਾਲ ਮਾਨੋ ਮੁਗਲਾਂ ਦੀਆਂ ਰਾਜ ਦੀਆਂ ਜੜ੍ਹਾਂ ਦੇ ਵਿੱਚ ਤੇਲ ਪੈਣਾ ਸੀ। ਜਿਵੇਂ ਜਿਵੇਂ ਸ਼ਹੀਦੀਆਂ ਹੋਣੀਆਂ ਸੀ, ਤਿਵੇਂ ਤਿਵੇਂ ਇਹਨਾਂ ਸਰਕਾਰਾਂ ਦਾ, ਮਾੜੀਆਂ ਸਰਕਾਰਾਂ ਦਾ ਰਾਜ ਖਤਮ ਹੁੰਦਾ ਹੈ। ਜਦੋਂ ਕੋਈ ਸੱਚ ਤੇ ਚੱਲਦਾ ਹੋਇਆ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ, ਪਰ ਇਹ ਰੁਕਦੇ ਨਹੀਂ। ਫਿਰ ਸਮਝੋ ਕਿ ਐਸੀਆਂ ਸਰਕਾਰਾਂ ਦਾ ਦੁਨੀਆ 'ਚੋਂ ਖਾਤਮਾ ਹੋ ਜਾਂਦਾ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਰਾਏਕੋਟ ਬੈਠ ਕੇ
ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਸਾਰੀ ਕਹਾਣੀ ਸੁਣੀ ਤੇ ਤੀਰ ਦੇ ਨਾਲ ਪੱਟ ਕੇ ਘਾਹੀ ਦਾ ਪੌਦਾ ਕਹਿੰਦੇ ਮੁਗਲਾਂ ਦੀ ਜੜ ਗਈ ਤੇ ਫਿਰ ਹਿੰਦੁਸਤਾਨ 'ਚੋਂ ਇਹਨਾਂ ਦਾ ਰਾਜ ਖਤਮ ਹੋ ਗਿਆ। ਅੱਜ ਆਪਾਂ ਜਾਣਦੇ ਹਾਂ ਅੱਜ ਵੀ ਜੇ ਕੋਈ ਇਸ ਤਰ੍ਹਾਂ ਚੱਲਦਾ ਹੈ, ਸੰਸਾਰ ਨੂੰ ਦੁੱਖ ਦਿੰਦਾ ਹੈ, ਤਾਂ ਗੁਰੂ ਪਿਆਰਿਓ ਉਹਨਾਂ ਦੀਆਂ ਜੜ੍ਹਾਂ ਵਿੱਚ ਵੀ ਇਹਨਾਂ ਦੇ ਮਰਨ ਵਾਲੇ ਜੋ 20-22 ਸਿੱਖ ਕਿਸਾਨ ਮਰ ਚੁੱਕੇ ਹਨ, ਇਹ ਵੀ ਉਹਨਾਂ ਦੀਆਂ ਜੜ੍ਹਾਂ 'ਚ ਤੇਲ ਹੀ ਪਾਉਣਗੇ। ਖੈਰ, ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਪਿੰਜਰੇ 'ਚੋਂ ਬਾਹਰ ਲਿਆਂਦਾ ਗਿਆ। ਭਾਈ ਜੈਤਾ ਜੀ ਨੂੰ ਸਾਰੀ ਗੱਲ ਸਮਝਾ ਦਿੱਤੀ ਗਈ, ਬਈ ਤੁਸੀਂ ਵਿੱਚ ਹੀ ਵਿਚਰਨਾ ਹੈ, ਜਦੋਂ ਸਾਡਾ ਸੀਸ ਕੱਟਿਆ ਗਿਆ ਸਿੱਧਾ ਤੁਹਾਡੇ ਕੋਲ ਆਵੇਗਾ ਤੇ ਤੁਸੀਂ ਸਾਂਭ ਕੇ ਨਿਕਲ ਜਾਣਾ ਇੱਥੋਂ। ਔਰ ਔਰੰਗਜ਼ੇਬ ਨੇ ਆਪਣੇ ਜਲਾਦਾਂ ਨੂੰ ਲਿਆਂਦਾ, ਕਹਿਣ ਲੱਗੇ ਹੁਣ ਸਾਡੇ ਜਲਾਦ ਦੀ ਤਲਵਾਰ ਚੱਲੂਗੀ, ਤੇਰਾ ਸਿਰ ਕੱਟਿਆ ਜਾਵੇਗਾ। ਉਸ ਤੋਂ ਪਹਿਲਾਂ ਜੇ ਤੈਨੂੰ ਕੋਈ ਗੱਲ ਮਨਜ਼ੂਰ ਹੈ ਸਾਡੀ ਤੇ ਮੰਨ ਲੈ, ਮੁਸਲਮਾਨ ਬਣ ਜਾ, ਤੈਨੂੰ ਅਸੀਂ ਪੀਰਾਂ ਵਾਂਗੂ ਹੀ ਪੂਜਾਂਗੇ, ਸਤਿਕਾਰ ਜੋ ਦੇਵਾਂਗੇ। ਬਾਦਸ਼ਾਹ ਕਹਿੰਦੇ ਨਹੀਂ, ਨਾਲੇ ਤੇਰੀ ਤਲਵਾਰ ਮੈਨੂੰ ਨਹੀਂ ਕੱਟ ਸਕਦੀ, ਮੇਰਾ ਨਾਮ ਤੇਗ ਬਹਾਦਰ ਹੈ। ਕੋ ਸਤਨਾਮ ਸ੍ਰੀ, ਮੈਂ ਵੀ ਤੇਗ ਬਹਾਦਰ ਹਾਂ, ਤੇਰੇ ਕੋਲੇ ਜਲਾਦਾਂ ਕੋਲੇ ਵੀ ਤਲਵਾਰ ਹੈ, ਤੇਰੀ ਤਲਵਾਰ ਮੈਨੂੰ ਤੇਗ ਨੂੰ ਕੱਟ ਨਹੀਂ ਸਕਦੀ। ਕਹਿੰਦੇ ਉਹ ਕਿਵੇਂ? ਕਹਿੰਦੀ ਏਦਾਂ ਕਰੋ, ਇੱਕ ਕੱਚੇ ਧਾਗੇ ਦੇ ਨਾਲ ਥੋੜਾ ਵੇਟ ਬੰਨ ਕੇ ਮੇਰੀ ਇਸ ਪਾਸੇ ਧੌਣ ਦੇ ਕੋਲ ਲਟਕਾ ਕੇ ਤਲਵਾਰ ਚਲਾਇਓ। ਜੇ ਧਾਗਾ ਕੱਟਿਆ ਗਿਆ ਤਾਂ ਸਮਝਿਓ ਤੁਹਾਡੀ ਤਲਵਾਰ ਨੇ ਕੱਟਿਆ, ਜੇ ਧਾਗਾ ਨਾ ਕੱਟਿਆ ਗਿਆ ਪਰ ਮੇਰੀ ਧੌਣ ਸੀਸ ਜਿਹੜਾ ਹੈ ਧੜ ਤੋਂ ਲੈ ਗਿਆ ਤਾਂ ਇਹ ਸਮਝੋ ਕਿ ਮੇਰੀ ਬਾਪ ਦੀ ਮਰਜ਼ੀ ਹੈ, ਤੁਹਾਡੀ ਮਰਜ਼ੀ ਨਹੀਂ। ਕੋ ਸਤਨਾਮ ਸ੍ਰੀ, ਤੁਹਾਡੀ ਤਲਵਾਰ ਮੇਰੇ ਸੀਸ ਨੂੰ ਕੱਟ ਨਹੀਂ ਸਕਦੀ। ਤਾਂ ਉਸ ਵੇਲੇ ਫਿਰ ਇੱਦਾਂ ਵੀ ਤਜਰਬਾ ਕੀਤਾ ਇਹਨਾਂ ਨੇ, ਇੱਕ ਧਾਗਾ ਬੰਨ੍ਹ ਕੇ ਉੱਪਰੋਂ ਇਸ ਤਰ੍ਹਾਂ ਲਟਕਾ ਦਿੱਤਾ, ਥੱਲੇ ਥੋੜਾ ਵੇਟ ਬੰਨ੍ਹ ਕੇ ਕਾਗਜ਼ ਵਗੈਰਾ ਤਾਂ ਕਿ ਸਿੱਧਾ ਰਹੇ। ਔਰ ਗੁਰੂ ਪਿਆਰਿਓ ਜਦੋਂ ਤਲਵਾਰ ਕਹਿੰਦੇ ਜਲਾਦ ਨੇ ਚਲਾਈ ਤੇ ਉਹ ਧਾਗਾ ਕੱਟਿਆ ਨਾ ਗਿਆ, ਉਸ ਤੋਂ ਪਹਿਲਾਂ ਜਿਹੜਾ ਸੀਸ ਜਿਹੜਾ ਸੀਗਾ ਉਹ ਧੜ ਤੋਂ ਉੱਡਿਆ। ਔਰ ਐਸੀ ਇੱਕ ਹਨੇਰੀ ਕਾਲੀ ਬੋਲੀ ਛਾ ਗਈ ਦਿੱਲੀ ਦੇ ਵਿੱਚ। ਜਦੋਂ ਐਸਾ ਕੰਮ ਹੋਇਆ ਤੇ ਕਾਲੀ ਬੋਲੀ ਹਨੇਰੀ ਆਈ ਤੇ ਸਾਰੀ ਦਿੱਲੀ ਵਾਲੇ ਲਾਹਨਤਾਂ ਪਾਉਂਦੇ ਹੋਏ ਕਹਿਣ ਲੱਗੇ ਹੁਣ ਇਹ ਮੁਗਲ ਨਹੀਂ ਬਚਣਗੇ, ਹੁਣ ਇਹਨਾਂ ਦਾ ਰਾਜ ਖਾਤਮੇ ਦਾ ਸਮਾਂ ਆ ਗਿਆ, ਇਹਨਾਂ ਦੀਆਂ ਜੜ੍ਹਾਂ ਪੱਟੀਆਂ ਜਾਣਗੀਆਂ। ਸਾਰੀਆਂ ਜਨਤਾ ਦੇ ਮੂੰਹ ਚੋਂ ਵੀ ਨਿਕਲਿਆ ਭਾਖਿਆ ਭਉ ਅਪਾਰ। ਜਿਹੜੀ ਜਨਤਾ ਦੇ ਮੂੰਹ ਵਿੱਚ ਫਿਰ ਗੱਲ ਆ ਜਾਂਦੀ ਹੈ ਫਿਰ ਉਹ ਵੀ ਪੂਰੀ ਹੁੰਦੀ ਹੈ, ਕਿਉਂਕਿ ਉਹ ਵੀ ਰੱਬ ਦਾ ਹੁਕਮ ਹੁੰਦਾ। ਖੈਰ, ਜਿਸ ਵੇਲੇ ਉਹ ਧੜ ਤੋਂ ਸੀਸ ਉੱਡਿਆ, ਲੋਕਾਂ ਦੀਆਂ ਅੱਖਾਂ ਦੇ ਵਿੱਚ ਐਸਾ ਹਨੇਰਾ ਛਾ ਗਿਆ ਇੱਕਦਮ ਸਾਰਿਆਂ ਦੇ। ਔਰ ਭਾਈ ਜੈਤਾ ਜੀ ਜੋ ਅਲਰਟ ਸੀ, ਉਹਨਾਂ ਨੇ ਸੀਸ ਸੰਭਾਲਿਆ ਤੇ ਆਪਣੇ ਕੱਪੜੇ ਵਿੱਚ ਲਪੇਟ ਕੇ ਚੱਲ ਪਿਆ। ਔਰ ਇੱਧਰ ਗੁਰੂ ਤੇਗ ਬਹਾਦਰ ਮਹਾਰਾਜ ਸ਼ਹੀਦੀ ਹੋ ਗਈ। ਦਿੱਲੀ ਵਿੱਚ ਰੌਲਾ ਪੈ ਗਿਆ ਕਿ ਅੱਜ ਬਹੁਤ ਮਹਾਨ ਸੰਸਾਰ ਦੇ ਮਾਰਗਦਰਸ਼ਕ ਰੱਬ ਦੇ ਰੂਪ ਗੁਰੂ ਤੇਗ ਬਹਾਦਰ ਨੂੰ ਮੁਗਲਾਂ ਨੇ ਸ਼ਹੀਦ ਕਰ ਦਿੱਤਾ ਹੈ, ਹੁਣ ਇਹਨਾਂ ਦੀਆਂ ਜੜ੍ਹਾਂ ਪੱਟੀਆਂ ਜਾਣੀਆਂ। ਉਹਨਾਂ ਸਮਿਆਂ ਦੇ ਵਿੱਚ ਉੱਥੇ ਇੱਕ ਲੱਖੀ ਸ਼ਾਹ ਬਣਜਾਰਾ ਜੋ ਲੋਕਾਂ ਦਾ ਭਾਰ ਢੋਂਦਾ ਸੀ, ਜਿਸ ਦੇ ਲਗਭਗ ਦਿੱਲੀ ਵਿੱਚ ਸੈਂਕੜੇ ਗੱਡੇ ਚੱਲਦੇ ਸਨ। ਜਿਸ ਤਰ੍ਹਾਂ ਅੱਜ ਲੋਕਾਂ ਟਰਾਂਸਪੋਰਟਾਂ ਪਾਈਆਂ, ਉਦੋਂ ਗੱਡਿਆਂ ਦਾ ਕੰਮ ਹੁੰਦਾ ਸੀਗਾ, ਗੱਡੇ ਚੱਲਦੇ ਸਨ ਉਸ ਦੇ ਸੈਂਕੜੇ। ਤੇ ਉਸ ਨੇ ਇਹ ਸਾਰੀ ਗੱਲ ਜਦ ਸੁਣੀ ਤੇ ਉਸ ਨੇ ਗੱਡੇ ਆਪਣੇ ਸਾਰੇ ਹੱਕ ਲਏ। ਇਹ ਵੀ ਦੱਸਦੇ ਆ ਕਿ ਕਿਲੇ ਵਿੱਚੋਂ ਕਲੀ ਲਾਉਣ ਆਇਆ ਸੀਗਾ ਲਾਲ ਕਿਲੇ ਦੇ ਵਿੱਚ, ਤੇ ਉੱਥੋਂ ਸਾਰੇ ਗੱਡੇ ਮੋੜ ਕੇ ਇਹਨਾਂ ਨੇ ਸਾਰੇ ਗੱਡਿਆਂ ਦੇ ਚਲਾਉਣ ਵਾਲਿਆਂ ਨੇ ਸਲਾਹ ਬਣਾਈ ਵੀ ਆਪਾਂ ਉੱਥੋਂ ਧੜ ਲੈ ਕੇ ਜਾਣਾ। ਜਦ ਥੋੜ੍ਹੀ ਹਨੇਰੀ ਹਟੀ, ਕੀ ਵੇਖਦੇ ਆ ਕਿ ਸਿਰ ਕਿੱਧਰ ਗਿਆ, ਸੀਸ ਕਿੱਧਰ ਗਿਆ, ਲੱਭਿਆ ਨਹੀਂ ਕਿਸੇ ਨੂੰ। ਔਰੰਗਜ਼ੇਬ ਨੇ ਸਖਤਾਈ ਕੀਤੀ ਕਿ ਧੜ ਦੀ ਸੰਭਾਲ ਕਰੋ, ਹੁਣ ਇਹ ਨਾ ਕੋਈ ਚੱਕ ਕੇ ਲੈ ਜੇ। ਕਹਿਣ ਲੱਗੇ ਜੀ ਠੀਕ ਹੈ, ਫੌਜ ਲਾਤੀ, ਸਿਪਾਹੀ ਲਾਤੇ। ਔਰ ਲੱਖੀ ਸ਼ਾਹ ਬਣਜਾਰਾ ਕਿਲੇ ਵੱਲੋਂ ਚੱਲਿਆ, ਲਾਲ ਕਿਲੇ ਵੱਲੋਂ। ਉਹਨੇ ਗੱਡੇ ਸਿੱਧੇ ਚਾਂਦਨੀ ਚੌਂਕ ਨੂੰ ਕਰ ਦਿੱਤੇ। ਕੁਝ ਗੱਡੀਆਂ ਵਿੱਚ ਡੁੱਲੀ ਹੋਈ ਕਲੀ ਸੀ, ਕੁਝ ਉਹ ਉੱਡੀ, ਕੁਝ ਕੁਦਰਤ ਨੇ ਆਪਣਾ ਕੰਮ ਕੀਤਾ। ਜਦੋਂ ਇਹ ਗੱਡੇ ਚਾਂਦਨੀ ਚੌਂਕ 'ਚ ਪਹੁੰਚੇ, ਸਿਪਾਹੀਆਂ ਨੇ ਬਹੁਤ ਕੋਸ਼ਿਸ਼ ਕੀਤੀ ਰੋਕਣ ਦੀ, ਪਰ ਬਲਦ ਕਿੱਥੇ ਰੁਕਦੇ ਆ, ਚੱਲਦੇ ਰਹੇ।
ਧੂੜ ਉੱਡ ਕੇ ਕਲੀ ਉਹਨਾਂ ਦੀਆਂ ਅੱਖਾਂ ਵਿੱਚ ਪੈਣ ਲੱਗੀ। ਤੇ ਐਨ ਜਦੋਂ ਲੱਖੀ ਸ਼ਾਹ ਬੰਜਾਰੇ ਦਾ ਸੈਂਟਰ ਵਾਲਾ ਗੱਡਾ ਜਿਹਾ ਵਿਚਾਲੇ ਜੇ ਆਇਆ, 2 ਮਿੰਟ ਪੈਰ ਮਲੇ ਤੇ ਉਹਦੇ ਸਾਥੀਆਂ ਨੇ ਰਲ ਮਿਲ ਕੇ ਧੜ ਨੂੰ ਚੱਕ ਕੇ ਗੱਡੇ 'ਚ ਰੱਖ ਲਿਆ ਤੇ ਗੱਡੇ ਚੱਲਦੇ ਰਹੇ। ਕੋ ਸਤਨਾਮ ਸੀ। ਤੇ ਲੱਖੀ ਸ਼ਾਹ ਬੰਜਾਰਾ ਆਪਣੇ ਜਿੱਥੇ ਇਹਨਾਂ ਦਾ ਪਿੰਡ ਵਸਿਆ ਸੀਗਾ, ਗੁਰੂ ਪਿਆਰਿਓ ਉਸ ਇਲਾਕੇ 'ਚ ਲੈ ਗਏ ਆ। ਗੁਰਦੁਆਰਾ ਸਾਹਿਬ ਰਕਾਬਗੰਜ ਹੈ ਜਿੱਥੇ, ਉੱਥੇ ਇਹਨਾਂ ਦੇ ਛੋਟੇ ਛੋਟੇ ਘਰ ਸਨ ਸਾਰੇ ਲੋਕਾਂ ਦੇ। ਉਸ ਲੱਖੀ ਸ਼ਾਹ ਬੰਜਾਰੇ ਨੇ ਗੁਰੂ ਪਿਆਰਿਓ ਉਸ ਧੜ ਦੀ ਬੜੀ ਤੇਜ਼ੀ ਦੇ ਨਾਲ ਸੰਭਾਲ ਕਰਨ ਵਾਸਤੇ ਆਪਣੇ ਘਰ ਦੇ ਵਿੱਚ ਉਸ ਸੀਸ ਨੂੰ, ਸਰੀਰ ਨੂੰ ਲਿਜਾਣਾ ਕੀਤਾ। ਘਰ ਦੇ ਵਿੱਚ ਮੰਜੇ ਤੇ ਰੱਖ ਕੇ ਜੋ ਲੱਕੜ ਦਾ ਸਮਾਨ ਘਰ 'ਚ ਪਿਆ ਸੀ ਸਭ ਕੁਝ ਉਸ ਦੇ ਆਸੇ ਪਾਸੇ ਲਾ ਕੇ ਚਿਖਾ ਦੀ ਨਿਆਈ ਤੇ ਘਰ ਨੂੰ ਅੱਗ ਲਾ ਦਿੱਤੀ। ਕੋ ਸਤਨਾਮ ਸ੍ਰੀ। ਜਦੋਂ ਥੋੜਾ ਕਲੀ ਟਿਕੀ, ਉੱਡੀ ਹੋਈ ਧੂੜ ਟਿਕੀ, ਸਿਪਾਹੀ ਵੇਖਦੇ ਆ ਧੜ ਵੀ ਹੈ ਨਹੀਂ, ਧੜ ਵੀ ਉੱਡ ਗਿਆ। ਕਹਿੰਦੇ ਯਾਰ ਗੱਡੇ ਲੱਗੇ ਸੀ, ਗੱਡਿਆਂ ਨਾਲ ਲੈ ਗਏ ਹੁਣ ਚੱਕ ਕੇ। ਭੱਜ ਕੇ ਸਿਪਾਹੀ ਗੱਡਿਆਂ ਦੇ ਮਗਰ ਗਏ। ਗਾਂ ਕੀ ਦੇਖਦੇ ਆ, ਪਿੰਡ ਵਿੱਚ ਤਾਂ ਅੱਗ ਲੱਗੀ ਪਈ ਆ ਘਰ ਨੂੰ। ਤੇ ਜਦ ਵੇਖਿਆ ਲੱਖੀ ਸ਼ਾਹ ਹੋਰਾਂ ਨੇ ਵੀ, ਪੁਲਿਸ ਵਾਲੇ ਵੇਖਣ ਵਾਸਤੇ ਆ ਗਏ, ਉਹ ਐਵੇਂ ਬਾਲਟੀਆਂ ਚੱਕ ਕੇ ਪਾਣੀ ਜਾਂ ਮਾਰਨ ਲੱਗ ਪਏ, ਅੱਗ ਬੁਝਾਓ ਅੱਗ ਬੁਝਾਓ। ਉਹਨੇ ਸੋਚਿਆ ਵੀ ਇੱਥੇ ਤਾਂ ਅੱਗ ਲੱਗੀ ਹੋਈ ਆ, ਪਰ ਉਹਨਾਂ ਦੇ ਦਿਮਾਗ 'ਚ ਉਸ ਵੇਲੇ ਨਹੀਂ ਆਇਆ ਕਿ ਇੱਥੇ ਅਸਲ ਵਿੱਚ ਸੰਸਕਾਰ ਹੋ ਗਿਆ। ਕੋ ਸਤਨਾਮ ਸੀ। ਇਉਂ ਸਤਿਗੁਰੂ ਤੇਗ ਬਹਾਦਰ ਜੀ ਨੇ ਆਪਣਾ ਕਾਰਜ ਆਪੇ ਕੀਤਾ। ਆ ਖਬਰਾਂ 'ਚੋਂ ਖਬਰ ਸਾਹਮਣੇ ਆਈ ਕਿ ਜਿਹੜਾ ਕੁੰਡਲੀ ਵਾਲਾ ਸਾਈਡ ਹੈ ਦਿੱਲੀ ਦੀ, ਸਿੰਘੂਪੁਰਾ ਜਿਹੜਾ ਬਾਰਡਰ ਹੈ, ਇੱਥੋਂ ਦੀ ਭਾਈ ਜੈਤਾ ਜੀ ਲੰਘੇ ਸਨ ਸੀਸ ਲੈ ਕੇ। ਇੱਥੇ ਕਹਿੰਦੇ ਇੱਕ ਸਿੱਖ ਦੇ ਘਰ ਰੁਕੇ ਸਨ ਔਰ ਉਸ ਨੇ ਬੇਨਤੀ ਕੀਤੀ ਸੀ ਕਿ ਗੁਰੂ ਪਾਤਸ਼ਾਹ ਦਰਸ਼ਨ ਹੀ ਦੇ ਜਾਣ ਕਰੇ। ਜਦ ਉਹਨਾਂ ਦੇ ਘਰ ਪਹੁੰਚੇ ਤੇ ਉਹਨੂੰ ਪਤਾ ਲੱਗਿਆ ਕਿ ਗੁਰੂ ਤੇਗ ਬਹਾਦਰ ਜੀ ਤਾਂ ਸ਼ਹੀਦ ਹੋ ਗਏ ਤੇ ਭਾਈ ਜੈਤੇ ਦੇ ਕੋਲ ਉਹਨਾਂ ਦਾ ਸੀਸ ਹੈ। ਕਹਿੰਦੇ ਉਹਨਾਂ ਸਿੱਖਾਂ ਨੇ, ਉਸ ਪਰਿਵਾਰ ਨੇ ਉਹ ਸੀਸ ਦੀ ਸਾਰੀ ਰਾਤ ਸੇਵਾ ਕੀਤੀ, ਪੱਖਾ ਝੱਲ ਕੇ ਜੈਤਾ ਜੀ ਨੂੰ ਆਰਾਮ ਕਰਵਾਇਆ। ਉਸ ਤੋਂ ਅੱਗੇ ਚੱਲ ਕੇ ਇੱਕ ਮੁਸਲਮਾਨ ਫਕੀਰ ਨੇ ਵੀ ਅਰਦਾਸ ਕੀਤੀ ਸੀ ਕਿ ਗੁਰੂ ਤੇਗ ਬਹਾਦਰ ਮਹਾਰਾਜ ਸਾਨੂੰ ਦਰਸ਼ਨ ਦੇ ਜੋ ਕਦੇ। ਉਡੀਕ ਰਿਹਾ ਸੀਗਾ। ਜਦੋਂ ਕਹਿੰਦੇ ਇਹ ਭਾਈ ਜੈਤਾ ਜੀ ਉਸ ਇਲਾਕੇ 'ਚ ਪਹੁੰਚਿਆ ਔਰ ਉਹ ਬਾਹਰ ਨਦੀ ਦੇ ਕਿਨਾਰੇ ਤੇ ਵਿਚਰ ਰਿਹਾ ਸੀ। ਉਹਨੂੰ ਜੈਤਾ ਜੀ ਨੇ ਪੁੱਛਿਆ ਵੀ ਇੱਥੇ ਕੋਈ ਸਿੱਖਾਂ ਦਾ ਘਰ ਹੈ? ਕਹਿੰਦੇ ਕਿਉਂ? ਉਹ ਕਹਿੰਦਾ ਯਾਰ ਮੈਂ ਰਾਤ ਕੱਟਣੀ ਹੈ। ਉਹ ਕਹਿਣ ਲੱਗੇ ਤੂੰ ਕੌਣ ਹੈ? ਕਹਿੰਦਾ ਮੈਂ ਗੁਰੂ ਤੇਗ ਬਹਾਦਰ ਦਾ ਸਿੱਖ ਹਾਂ। ਕਹਿੰਦੇ ਯਾਰ ਫਿਰ ਕੀ ਹੋ ਗਿਆ, ਮੈਂ ਵੀ ਉਹਦਾ ਸਿੱਖ ਹਾਂ। ਉਹ ਮੁਸਲਮਾਨ ਵੀਰ ਕਹਿਣ ਲੱਗਿਆ ਚੱਲ ਆਪਣੇ ਘਰੇ ਚੱਲਦੇ ਆ। ਕੋ ਸਤਨਾਮ ਸ੍ਰੀ। ਜਦ ਉਹਨਾਂ ਦੇ ਘਰ ਗਿਆ ਤੇ ਉਹ ਘਰੇ ਜਾ ਕੇ ਪੁੱਛਦਾ ਵੀ ਗੁਰੂ ਤੇਗ ਬਹਾਦਰ ਜੀ ਦਾ ਕੀ ਹਾਲ ਆ? ਕਹਿੰਦੇ ਕਿਉਂ? ਕਹਿੰਦੇ ਮੈਂ ਯਾਰ ਬੇਨਤੀ ਕੀਤੀ ਸੀ ਪਾਤਸ਼ਾਹ ਦਰਸ਼ਨ ਹੀ ਦੇ ਦਿੰਦੇ। ਤੇ ਜੈਤਾ ਜੀ ਕਹਿਣ ਲੱਗੇ ਦਰਸ਼ਨ ਦੇਣ ਤਾਂ ਫਿਰ ਆ ਗਏ, ਤੂੰ ਬਿਠਾਉਣ ਦਾ ਇੰਤਜ਼ਾਮ ਕਰ ਕੋਈ। ਕੋ ਸਤਨਾਮ ਕਿੱਥੇ ਨਾ? ਕਹਿੰਦੇ ਦਰਸ਼ਨ ਕਰਾਵਾਂਗੇ ਤੈਨੂੰ। ਕਹਿੰਦੇ ਉਸਨੇ ਆਸਣ ਵਿਛਾਇਆ, ਪਲੰਘਾ ਵਿਛਾਇਆ ਵੀ ਸ਼ਾਇਦ ਗੁਰੂ ਤੇਗ ਬਹਾਦਰ ਆ ਰਹੇ ਹੋਣਗੇ। ਪਰ ਜਦ ਆਸਣ ਵਿਛਾਇਆ ਤੇ ਇਸ ਲਈ ਚਾਦਰ ਲਾ ਕੇ ਸੀਸ ਤੋਂ ਕਹਿੰਦੇ ਆ ਦੇ, ਕਹਿੰਦੇ ਆ ਕੈਸੇ ਰੂਪ ਚ ਆਏ? ਕੋ ਸਤਨਾਮ ਸ੍ਰੀ। ਅਰਦਾਸ ਤਾਂ ਮੈਂ ਕੀਤੀ ਸੀ ਕਿ ਦਰਸ਼ਨ ਦੇ ਕੇ ਜਾਓ ਮਹਾਰਾਜ, ਪਰ ਤੁਸੀਂ ਤਾਂ ਸਰੀਰ ਛੱਡਣ ਤੋਂ ਬਾਅਦ ਵੀ ਮੇਰੀ ਅਰਦਾਸ ਪੂਰੀ ਕਰਤੀ। ਅੱਜ ਵੀ ਗੁਰੂ ਤੇਗ ਬਹਾਦਰ ਜੀ ਕਿਤੇ ਨਹੀਂ ਗਏ। ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦੇ ਆਵੇ ਧਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਇਉਂ ਭਾਈ ਜੈਤਾ ਜੀ ਉਹ ਸੀਸ ਨੂੰ ਲੈ ਕੇ ਚਲੋ ਚਾਲ ਕੀਰਤਪੁਰ ਸਾਹਿਬ ਤੱਕ ਪਹੁੰਚ ਗਏ। ਇੱਥੋਂ ਸੁਨੇਹਾ ਭੇਜਿਆ ਵੀ ਸੀਸ ਆ ਗਿਆ ਜੀ, ਮੈਂ ਇੱਥੇ ਪਹੁੰਚ ਗਿਆ। ਅੱਗੋਂ ਗੁਰੂ ਤੇਗ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੰਗਤਾਂ ਨੂੰ ਇਕੱਤਰ ਕਰਕੇ ਇਕੱਠੇ ਹੋ ਕੇ ਅੱਗੋਂ ਜਾ ਕੇ ਸੀਸ ਨੂੰ ਲੈ ਕੇ ਆਂਦਾ ਗੁਰਦੁਆਰਾ ਅਨੰਦਪੁਰ ਸਾਹਿਬ ਵਿਖੇ। ਫਿਰ ਜਿਹੜਾ ਉੱਥੇ ਗੁਰਦੁਆਰਾ ਸੀਸਗੰਜ ਸਾਹਿਬ ਬਣਿਆ ਉਸ ਅਸਥਾਨ ਤੇ ਲਿਜਾ ਕਰਕੇ ਸਾਰੇ ਪਰਿਵਾਰ ਨੇ, ਸੰਗਤਾਂ ਨੇ ਨਾਲ ਮਿਲ ਕੇ ਸਤਿਕਾਰ ਸਹਿਤ ਉਸ ਸੀਸ ਦਾ ਵੀ ਸੰਸਕਾਰ ਕੀਤਾ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ। ਔਰ ਗੁਰੂ ਪਿਆਰਿਓ ਭਾਈ ਸਾਹਿਬ ਭਾਈ ਜੈਤਾ ਰੰਗਰੇਟੇ ਗੁਰੂ ਕੇ ਬੇਟੇ ਦਾ ਖਿਤਾਬ ਲੈਣ ਵਾਲਾ ਉਸ ਨੂੰ ਗਲੇ ਲਾਇਆ ਔਰ ਗਲੇ ਲਾ ਕੇ ਪਿਆਰ ਨਾਲ ਕੀਤਾ ਕਿ ਵਾਕਿਆ ਤੂੰ ਗੁਰੂ ਦੇ ਪੁੱਤਰ ਵਾਲਾ ਕੰਮ ਕੀਤਾ ਹੈ। ਕੋ ਸਤਨਾਮ ਸ੍ਰੀ। ਤੂੰ ਤਾਂ ਗੁਰੂ ਦਾ ਪੁੱਤਰ ਹੈ। ਸੁਖ ਹੈ
उस तो बाद गुरु गोबिंद सिंह महाराज अगले कारज आरंभ किए। जब तीर लागਿਓ तबै रोस जागियो। तेग बहादुर जी की शहीदी मानो मुगलों के राज दियां जड़ां विच तेल पा गई आ। और उस तो बाद अगे चारे साहिबजादे सरबंस का वारना सारे ਸਿੰਘਾਂ ਦੀਆਂ शहीदियां ਜਿਹੜੀਆਂ ये मुगलों के राज का देश विचों नहीं संसार विचों ही खात्मा कर गई। को सतनाम सी। इस तरह अज भी जड़ियां सरकारां पुठे रस्ते चलियां होईयां। गुरु प्यारिओ कुछ पंजां सत्तां अमीरां नूं सुख देण वास्ते सारे संसार नूं दुख देण ते तुलियां। अरदास करिए गुरु तेग बहादुर चरनां च उन्हां नूं समत बख्शण, उन्हां नूं भी सीधे रस्ते पाउण और संसार दा भला होवे और किसान वीर सही सलामत आपो अपने घरां नूं आउण, अपना मकसद पूरा करके अपना हक लैके खैर विचारां इत्थे रोकदे आ। सतगुरु तेग बहादुर मां शहीद और उन्हां दे नाल शहीद होए मती दास, सती दास, भाई दयाला, ये तीन शहीद उत्थे शहीद हो गए। भाई गुरदित्ता, भाई जैता जी ये वापस आ गए। ये सारी कहानी इस तरह वरती। तो ऐसे शहीदां दे चरनां विच अपनी सब दी नमस्कार है। गुरु किरपा करन, अपने बनाए नक्शे कदमां चलण दा सानू बल बख्शण, समत बख्शण। विचारा इत्थे ही रोकदे आ, बोलदे अनेकां अखर बाद घाट हो जांदे। सिख संगत ते सतगुरु बख्शण जोग है, बख्श लेना जी। समाप्ति करिए। बुला फतेह पाओ फतेह। वाहिगुरू जी का खालसा, वाहिगुरू जी की फतेह। वाहिगुरू।